ਮੇਰੀ ਭੈਣ, ਮੇਰੇ ਦੋਸਤੋ, ਮੇਰੇ ਵੱਲੋਂ ਭਗਵੰਤ ਸਿੰਘ ਵੱਲੋਂ ਆਪ ਸਭ ਨੂੰ ਕਾਂਸ਼ੀ ਟੀਵੀ ਦੇ ਪ੍ਰੋਗਰਾਮ ਪਤੇ ਦੀ ਗੱਲ ਦੇ ਵਿੱਚ ਜੀ ਆਇਆਂ ਆਪ ਦਾ ਸਵਾਗਤ ਹੈ। ਉਮੀਦ ਕਰਦਾ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ। ਅਸੀਂ ਅੱਜ ਜਿਹੜੀ ਗੱਲ ਕਰਨ ਚੱਲੇ ਹਾਂ ਉਹ ਜਿਹੜਾ ਇੰਟਰਸਟ ਰੇਟ, ਵਿਆਜ ਦਾ ਜਿਹੜੀ ਦਰ ਪਿਛਲੇ ਕੁਝ ਕੁ ਮਹੀਨਿਆਂ 'ਚ ਕਿਤੇ ਪਹੁੰਚ ਗਈ ਆ, ਕਈਆਂ ਦੀ ਮੋਰਗੇਜ ਡਬਲ ਹੋ ਗਈ ਆ, ਉਸ ਦੇ ਬਾਰੇ ਗੱਲ ਕਰਨੀ ਚਾਹਾਂਗੇ। ਅਤੇ ਅਸੀਂ ਤੁਹਾਡੇ ਜਿਹੜੇ ਨਜ਼ਰੀਆ, ਤੁਹਾਡੇ ਵਿਊਜ਼ ਆ ਉਹ ਵੀ ਲੈਣੇ ਚਾਹਾਂਗੇ। ਇਹ ਲਾਈਵ ਪ੍ਰੋਗਰਾਮ ਹੈ, ਤੁਸੀਂ ਲਾਈਵ ਕਾਲ ਕਰ ਸਕਦੇ ਹੋ। ਸਾਨੂੰ 15 ਕੁ ਮਿੰਟ ਦੇ ਦਿਓ ਅਤੇ ਅਸੀਂ ਆਪਣੀ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਲਈਏ। ਉਸ ਤੋਂ ਮਗਰੋਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਅੱਜ ਦਾ ਪ੍ਰੋਗਰਾਮ ਦੇ ਵਿੱਚ ਜਿਹੜਾ ਮੇਰਾ ਸਾਥ ਦੇਣ ਲਈ ਮੇਰੇ ਪਿਆਰੇ ਦੋਸਤ ਹਿਸਟੋਰੀਅਨ, ਲੈਕਚਰਰ, ਰਾਈਟਰ ਰਾਜਪਾਲ ਜੀ ਮੇਰਾ ਸਾਥ ਦੇਣਗੇ। ਦੋਸਤੋ, ਸਭ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਜੈ ਗੁਰਦੇਵ, ਜੈ ਭੀਮ, ਜੈ ਇਨਸਾਨ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਛਲੇ ਲਗਭਗ ਜਾਂ ਬਹੁਤਾ ਨਹੀਂ 5 ਮਹੀਨਿਆਂ 'ਚ ਵੀ ਜਿਹੜਾ ਇੰਟਰਸਟ ਰੇਟ ਆ ਉਹ ਵੱਧ ਕੇ ਕਈ ਗੁਣਾ ਵੱਧ ਗਿਆ। ਕੁਆਟਰ ਪਰਸੈਂਟ ਸਰਕਾਰ ਨੇ ਵਧਾਇਆ ਅਤੇ ਹੁਣ ਪਿੱਛੇ ਜਿਹੇ 0.5% ਤੱਕ ਵਧਾਉਣ ਆ ਗਏ ਅਤੇ ਅੱਜ ਉਹ ਜੂਨ ਦੇ ਅਖੀਰ ਤੱਕ ਉਹ 5% ਹੋ ਗਿਆ ਸੀ। ਬਹੁਤ ਸਾਰੇ ਲੋਕਾਂ ਦੀ ਜਿਹੜਿਆਂ ਦੇ ਮੌਰਗੇਜ ਜਿਹਨਾਂ ਨੇ ਲਈਆਂ ਸੀਗੀਆਂ ਉਹ ਲਗਭਗ ਕਈਆਂ 'ਤੇ ਡਬਲ ਹੋ ਗਈਆਂ ਅਤੇ ਉਹਨਾਂ ਦੇ ਜਿਹੜੇ ਖਰਚੇ ਆ ਉਹਨਾਂ ਨੂੰ ਪਕਾਉਣੇ, ਉਹਨਾਂ ਦੇ ਘਰ ਦੇ ਖਰਚੇ ਆ, ਉਹ ਸਾਰਾ ਕੁਛ ਉਹਨਾਂ ਦਾ ਉਲਟਾ ਸਿੱਧਾ ਹੋ ਗਿਆ ਸਾਰਾ ਕੁਛ। ਅਤੇ ਜਿਹੜਾ ਇਹ ਇੰਟਰਸਟ ਰੇਟ ਆ ਇਹਦੇ ਵਧਣ ਦੇ ਕਾਰਨ ਕੀ ਨੇ, ਕਾਹਤੇ ਸਰਕਾਰ ਨੇ ਵਧਾਏ ਨੇ ਜਾਂ ਬੈਂਕਾਂ ਨੇ ਵਧਾਏ ਨੇ, ਸਰਕਾਰਾਂ ਅਤੇ ਬੈਂਕਾਂ ਦੇ ਰਿਲੇਸ਼ਨਸ਼ਿਪ ਕੀ ਹੈਗੀ ਆ, ਡਾਲਰ ਦੀ ਅਤੇ ਇੰਟਰਸਟ ਰੇਟ ਦੀ ਰਿਲੇਸ਼ਨਸ਼ਿਪ ਕੀ ਹੈਗੀ ਆ, ਵਰਲਡ ਮਾਰਕੀਟ ਦੀ ਕੀ ਹੈਗੀ ਆ, ਅਤੇ ਜਾਂ ਇਹਦੇ ਨਾਲ ਜਦੋਂ ਹੁਣ ਲੋਕਾਂ ਦਾ ਇੰਟਰਸਟ ਰੇਟ ਨੇ ਕਚੂੰਬਰ ਕੱਢ ਦਿੱਤਾ, ਉਹਨਾਂ ਦੀਆਂ ਜਿਹੜੀ ਹੈਗੀਆਂ ਕਿਸ਼ਤਾਂ ਆ, ਇੰਸਟਾਲਮੈਂਟਸ ਆ, ਉਹ ਡਬਲ ਹੋ ਗਈਆਂ। ਉਹ ਲੋਕ ਜਿਹੜੇ ਕੁਛ ਨੂੰ ਪਗਾ ਨਹੀਂ ਸਕਦੇ ਕਿਸੇ ਕਾਰਨ ਕਰਕੇ, ਜਾਂ ਹੋਰ ਜਦੋਂ ਇੰਟਰਸਟ ਰੇਟ ਵੱਧ ਗਏ ਆ, ਜਿਹੜਾ ਤੁਹਾਡਾ ਫੈਮਿਲੀ ਦਾ ਸਾਰਾ ਕੁਛ ਬਜਟ ਹੈ ਉਹ ਸਾਰਾ ਕੁਛ ਅੱਗੇ ਪਿੱਛੇ ਹੋ ਜਾਂਦਾ। ਤੁਸੀਂ ਜੇ ਘਰ ਦੀ ਮੋਰਗੇਜ ਨਹੀਂ ਚੱਕੀ, ਤੁਸੀਂ ਹੋਰ ਛੋਟੀਆਂ ਛੋਟੀਆਂ ਮੋਰਗੇਜ ਲੋਨ ਚੱਕੇ ਹੁੰਦੇ ਨੇ ਅਤੇ ਉਹਨਾਂ ਦੇ ਵਿੱਚ ਇੱਕ ਲੋਕ ਆਉਂਦੇ ਨੇ ਜਿਹਨਾਂ ਨੂੰ ਇੰਗਲਿਸ਼ ਦੇ ਵਿੱਚ ਲੋਨ ਸ਼ਾਰਕਸ ਕਹਿੰਦੇ ਨੇ। ਆਪਣੇ ਪੰਜਾਬੀ ਦੇ ਵਿੱਚ ਜਿਹੜੀਆਂ ਕਹਿ ਲਓ ਵੀ ਉਹ ਵਿਆਜੂ ਪੈਸੇ ਦੇਣ ਨਾਲ ਜਿਹੜੇ ਹੈਗੇ ਆ ਉਹ ਇਹਦੇ 'ਚ ਆਉਂਦੇ ਨੇ। ਅਸੀਂ ਉਹਨਾਂ ਵੱਲ ਖਾਸ ਕਰਕੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਉਹ ਲੋਕ ਤੁਹਾਡੇ ਕੋਲੋਂ ਜਿਹੜਾ ਇੰਟਰਸਟ ਆ ਤੁਹਾਨੂੰ 100% ਤੱਕ ਚਾਰਜ ਕਰਦੇ ਨੇ। ਇਹਦੇ ਇੱਥੇ ਇੰਗਲੈਂਡ 'ਚ ਰਿਕਾਰਡ ਨੇ ਅਤੇ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਉਹ ਲੋਕ 100% ਚਾਰਜ ਕਰਦੇ ਨੇ, ਤੁਹਾਨੂੰ ਥ੍ਰੈਟ ਕਰਦੇ ਨੇ, ਸਾਰਾ ਕੁਛ ਹੈਗਾ ਆ। ਇਸ ਬਾਰੇ ਤੁਹਾਡੇ ਨਾਲ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮੈਂ ਆਪਣੇ ਸਾਥੀ ਰਾਜਪਾਲ ਜੀ ਨੂੰ ਪੁੱਛਾਂਗਾ ਕਿ ਤੁਸੀਂ ਕੀ ਸੋਚਦੇ ਹੋ ਕਿ ਇਹ ਇੰਟਰਸਟ ਰੇਟ ਕਿੱਦਾਂ ਚੜ੍ਹ ਗਏ ਇੰਨੇ, ਕਾਹਦੇ ਚੜ੍ਹਾ ਦਿੱਤੇ ਆ, ਕੀ ਆਫਤ ਪੈ ਗਈ ਆ? ਸਾਥੀ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਬੁਰੀ ਖਬਰ ਆ ਥੋੜ੍ਹੀ ਜਿਹੀ ਦੇ ਦੇਵਾਂ, ਪਹਿਲਾਂ ਹੀ ਦੇ ਦੇਵਾਂ। ਹਾਂਜੀ। ਕਿ ਜਿਹੜੇ ਮੈਗਜ਼ੀਨ ਇਕੋਨਮਿਸਟ ਨੇ ਫਰਵਰੀ ਦੇ ਵਿੱਚ ਪ੍ਰੈਡਿਕਸ਼ਨ ਲਾਈ ਸੀਗੀ ਕਿ ਇੰਟਰਸਟ ਰੇਟ ਮਤਲਬ ਹਾਈ ਹੋ ਜਾਣੇ ਆ, ਉਹ ਬਿਲਕੁਲ ਕਰੈਕਟ ਪ੍ਰੈਡਿਕਸ਼ਨ ਸੀਗੀ ਕਿ ਇਸ ਟਾਈਮ ਤੱਕ ਇੰਟਰਸਟ ਰੇਟ ਇੱਥੇ ਤੱਕ ਪਹੁੰਚ ਜਾਣੇ, ਉਹਨੇ ਤੱਕ ਹੋ ਗਏ ਆ। ਉਸੇ ਮੈਗਜ਼ੀਨ ਦੀ ਪ੍ਰੈਡਿਕਸ਼ਨ ਹੈਗੀ ਆ ਕਿ ਅਜੇ ਇੰਟਰਸਟ ਦੀ ਜਿਹੜੀ ਰਾਈਜ਼ ਖਤਮ ਨਹੀਂ ਹੋਈ ਅਤੇ ਬਾਈ ਦੀ ਐਂਡ ਆਫ ਦਿਸ ਈਅਰ, ਇਸ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਇਹ ਇੰਟਰਸਟ ਰੇਟ 6.5% ਤੱਕ ਪਹੁੰਚਣਗੇ। ਫਰਵਰੀ ਤੱਕ ਜ਼ਰੂਰ ਪਹੁੰਚ ਜਾਣਾ। ਨਹੀਂ, ਫਰਵਰੀ ਤੱਕ ਨਹੀਂ, ਦਸੰਬਰ ਦੇ ਐਂਡ ਤੱਕ, ਇਹ ਸਾਲ ਦੇ ਐਂਡ ਤੱਕ ਅਜੇ ਇੰਟਰਸਟ ਰੇਟ ਅਜੇ ਖਤਮ ਨਹੀਂ ਹੋਏ ਹੈਗੇ। ਠੀਕ ਹੈ। ਅੱਛਾ, ਇਹ ਇੰਟਰਸਟ ਰੇਟ ਇਹਨਾਂ ਨੇ ਸਰਕਾਰ ਨੇ ਇਸ ਲਈ ਵਧਾਏ ਨੇ, ਇਹ ਐਕਚੁਅਲੀ ਸਰਕਾਰ ਨੇ ਨਹੀਂ, ਜਿਹੜੇ ਸੈਂਟਰਲ ਬੈਂਕ ਹੁੰਦੇ ਆ ਨਾ ਉਹਨਾਂ ਨੇ ਵਧਾਏ ਨੇ। ਉਹ ਇਸ ਲਈ ਵਧਾਏ ਨੇ ਕਿ ਉਹ ਜਿਹੜੀ ਕਹਿੰਦੇ ਵੀ ਜਿਹੜੀ ਇਕਨੋਮਿਕ ਐਕਟੀਵਿਟੀ ਹੈ ਜਿਹੜੀ ਉਹਨੂੰ ਅਸੀਂ ਘੱਟ ਕਰੀਏ। ਠੀਕ ਹੈ, ਕਿ ਲੋਕ ਕਰਜ਼ੇ ਲੈ ਕੇ ਖਰਚਾ ਕਰੀ ਜਾਂਦੇ ਨੇ। ਠੀਕ ਹੈ, ਅਸੀਂ ਜੇ ਇਕਨੋਮਿਕ ਐਕਟੀਵਿਟੀ ਨੂੰ ਘੱਟ ਕਰੀਏ ਤਾਂ ਜਿਹੜੀ ਇਨਫਲੇਸ਼ਨ, ਜਿਹੜੀ ਮਹਿੰਗਾਈ ਹੈ, ਠੀਕ ਹੈ ਨਾ, ਜੇ ਘੱਟ ਲੋਕ ਲੈ ਰਹੇ ਨੇ ਉਹ ਮਹਿੰਗਾਈ ਹੌਲੀ ਹੌਲੀ ਘੱਟ ਹੋਵੇ। ਠੀਕ ਹੈ, ਇਹ ਨੁਸਖਾ ਨਹੀਂ ਹੈ ਬਲਕਿ ਸਾਰੀ ਦੁਨੀਆ ਤੇ ਇਹ ਨੁਸਖਾ ਇਨਫਲੇਸ਼ਨ ਕੰਟਰੋਲ ਕਰਨ ਲਈ। ਠੀਕ ਹੈ, ਇਹ ਸਰਕਾਰ ਦਾ ਔਰ ਸੈਂਟਰਲ ਬੈਂਕਾਂ ਦਾ ਇਹ ਮੇਨ ਉਹਨਾਂ ਦਾ ਨੁਸਖਾ, ਜਿਹਨੂੰ ਅਸੀਂ ਕਹਿੰਦੇ ਨਾ ਕਿ ਕੋਈ ਵੀ ਬਿਮਾਰੀ ਹੋਵੇ ਪੈਰਾਸੈਟਾਮੋਲ, ਕਿਸੇ ਦੀ ਲੱਤ ਟੁੱਟ ਗਈ ਪੈਰਾਸੈਟਾਮੋਲ, ਕਿਸੇ ਨੂੰ ਕੈਂਸਰ ਹੋ ਗਿਆ ਪੈਰਾਸੈਟਾਮੋਲ। ਇਹ ਜਿਹੜੀ ਇਨਫਲੇਸ਼ਨ ਵਾਲੀ ਗੱਲ ਹੈ ਬੜੀ ਨੀਮ ਹਕੀਮ। ਅੱਛਾ, ਨਿੰਮ ਘੋਲ ਕੇ ਬੁਲਾ ਦਿਓ। ਹਮੇਸ਼ਾ ਜਿਹੜੀ ਸਰਮਾਏਦਾਰੀ ਸਰਕਾਰ ਹੈ, ਜਿਹੜੇ ਸੈਂਟਰਲ ਬੈਂਕ ਨੇ ਸਾਰੀ ਦੁਨੀਆ ਦੇ, ਉਹਨਾਂ ਕੋਲ ਇੱਕੋ ਨੁਸਖਾ ਹੈਗਾ
ਠੀਕ ਹੈ। ਆਖੇ ਜੀ ਤੁਸੀਂ ਨਾ ਮਤਲਬ ਜਿਹੜੇ ਇੰਟਰਸਟ ਰੇਟ ਵਧਾ ਦੇਵੋ, ਠੀਕ ਹੈ, ਉਹਦੇ ਨਾਲ ਲੋਕਾਂ ਦੀ ਜਿਹੜੀ ਲੋਕਾਂ ਦੀ ਜਿਹੜੀ ਪੈਸੇ ਜਿਹੜੀ ਉਹਨਾਂ ਦੀ ਜੇਬ ਦੇ ਵਿੱਚ ਹੈ ਉਹ ਘੱਟ ਹੋ ਜਾਣਗੇ ਤੇ ਕੀਮਤਾਂ ਵੀ ਘੱਟ ਹੋ ਜਾਣਗੀਆਂ। ਜੇ ਡਿਮਾਂਡ ਖਰੀਦ ਸ਼ਕਤੀ ਪੰਜਾਬੀ ਚ ਹਾਂ ਖਰੀਦ ਸ਼ਕਤੀ ਖਰੀਦ ਸ਼ਕਤੀ ਘੱਟ ਹੋ ਜਾਏਗੀ। ਲੇਕਿਨ ਉਹਦੀ ਇੱਕ ਬੁਰੀ ਸਾਈਡ ਵੀ ਹੈਗੀ ਹੈ ਕਿ ਬੁਰੀ ਸਾਈਡ ਹੈ ਕਿ ਜਿਹੜੀ ਇਕਨੋਮਿਕ ਗਰੋਥ ਹੈ ਉਹ ਵੀ ਮਤਲਬ ਫਿਰ ਘੱਟ ਹੋ ਜਾਂਦੀ ਹੈ। ਜੇ ਇਕਨੋਮਿਕ ਗਰੋਥ ਘੱਟ ਹੋ ਗਈ ਹੈ, ਜਿਹੜੀ ਤੁਹਾਡੀ ਇਕਨੋਮੀ ਗਰੋ ਨਹੀਂ ਕਰ ਰਹੀ ਹੈਗੀ, ਚੀਜ਼ਾਂ ਲੋਕਾਂ ਨੂੰ ਚੀਜ਼ਾਂ ਨਹੀਂ ਖਰੀਦਣੀਆਂ। ਹਾਂ ਤੇ ਅਸਲ ਦੇ ਵਿੱਚ ਕੀ ਆ, ਮੈਨੂੰ ਜਿਸ ਤੇ ਕੋਈ ਅਸੀਂ ਇੱਕ ਤੁਹਾਨੂੰ ਦੋਸਤੋ ਮੇਰੇ ਵੀਰੋ ਦੱਸ ਦਿੰਦੇ ਆ ਕਿ ਅਸੀਂ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਨਹੀਂ, ਕੋਈ ਫਾਈਨੈਂਸ਼ੀਅਲ ਐਕਸਪਰਟ ਨਹੀਂ ਹੈ। ਅਸੀਂ ਸਧਾਰਨ ਤੁਹਾਡੇ ਵਿੱਚੋਂ ਇੱਕ ਬੰਦੇ ਹਾਂ। ਤੁਸੀਂ ਸਾਡੇ ਵਾਲਾ ਜਿਹੜੀ ਗੱਲਾਂ ਤੁਹਾਨੂੰ ਵੀ ਪਤਾ ਹੈਗਾ ਤੇ ਅਸੀਂ ਮੌਕਾ ਮਿਲਿਆ ਅਸੀਂ ਹਾਮੀ ਆ ਜਿਨ੍ਹਾਂ ਲੋਕਾਂ ਤੇ ਇਸ ਵੇਲੇ ਇੰਨਾ ਬੁਰਾ ਮਤਲਬ ਪ੍ਰੈਸ਼ਰ ਪਿਆ ਹੋਇਆ, ਅਸੀਂ ਉਹਨਾਂ ਦੇ ਹਾਮੀ ਆ। ਬਿਲਕੁਲ, ਮਤਲਬ ਕਿ ਜਿਸ ਤਰ੍ਹਾਂ ਹੁਣ ਜਿਹੜੀਆਂ ਸਰਕਾਰ ਆ ਉਹਦੇ ਕੋਲ ਇੱਕੋ ਗੱਲ ਆ ਕਿ ਅਸੀਂ ਜਿਹੜੀ ਮਹਿੰਗਾਈ ਆ ਉਹਨੂੰ ਕੰਟਰੋਲ 'ਚ ਕਰਨ ਲਈ, ਹੱਥ ਥੱਲੇ ਕਰਨ ਲਈ ਅਸੀਂ ਇਹ ਇੰਟਰਸਟ ਰੇਟ ਵਧਾਉਂਦੇ ਪਏ ਆ। ਪਰ ਮੈਨੂੰ ਇਹ ਸਮਝ ਨਹੀਂ ਪੈਂਦੀ ਵੀ ਕਿ ਜਿਹੜੀ ਜੇ ਇੰਟਰਸਟ ਉਹ ਮਹਿੰਗਾਈ ਤਾਂ ਜਿਹੜੀ ਵਧਣੀ, ਉਹ ਵੀ ਕਹਿੰਦੇ ਸਾਡੇ ਲਈ ਵੀ ਮਹਿੰਗਾਈ ਵੱਧਦੀ ਆ, ਲੋਕਾਂ ਕੋਲ ਅਫੋਰਡ ਨਹੀਂ ਹੁੰਦੀ ਮਹਿੰਗਾਈ ਨਾਲ, ਲੋਕਾਂ ਦਾ ਕਚੂੰਬਰ ਨਿਕਲਦਾ। ਦੇਖੋ ਇੱਕ ਘਰ ਦਾ ਬਜਟ ਹੈ, ਜੇ ਕਿਸੇ ਦਾ 1200 ਪਾਉਂਡ ਲਾ ਲਓ, ਨਿੱਕਾ ਜਿਹਾ ਖਾਣ ਪੀਣ ਦਾ ਖਰਚੇ ਦਾ ਮਾਹੌਲ 1000 ਲਾ ਲਓ, 500 ਲਾ ਲਓ, ਜੇ ਉਹ ਖਰਚੇ ਦਾ ਖਰਚ ਜਿਹੜਾ ਹੈਗਾ ਬਜਟ ਹੈਗਾ ਦਾਲ ਪਾਣੀ ਇਹ ਤੇ ਉਹ ਜਿੰਨੇ ਹੋਰ ਚੀਜ਼ਾਂ ਹੈਗੀਆਂ ਉਹ 1200 ਲਾ ਲਓ, 700 ਲਾ ਲਓ, ਕੁਛ ਵੀ ਕਹਿ ਲਓ। ਪਰ ਜਿਹੜੀ ਤੁਹਾਡੀ ਮੌਰਗੇਜ ਆ, ਜਿਹੜੀ ਤੁਸੀਂ ਪਹਿਲਾਂ 300 ਦਿੰਦੇ ਸੀ, ਤੁਸੀਂ 400 ਦਿੰਦੇ ਸੀ, 500 ਦਿੰਦੇ ਸੀ, ਉਹ 600 ਹੋ ਗਈ, ਉਹ 800 ਹੋ ਗਈ। ਉਹ ਇਹ ਕਿਹੜੇ ਪੱਖੋਂ ਹੋਇਆ ਇਹ ਗੱਲ ਨੂੰ ਬਈ ਇਹ ਕਿਸ ਤਰ੍ਹਾਂ ਮੈਂ ਹੋ ਗਿਆ? ਉਹ ਤਾਂ ਬੰਦਾ ਵਿਚਾਰਾ ਹੋਰ ਫਸ ਗਿਆ ਅੱਗੇ ਨਾਲੋਂ ਵੀ, ਕਿਉਂਕਿ ਉਹਨੂੰ ਦੇ ਨਹੀਂ ਹੁੰਦਾ। ਸੋ ਇਹਦੇ ਨਾਲ ਰਿਲੇਟਿਡ ਜਿਹੜਾ ਹੈਗਾ ਵੀ ਅਸੀਂ ਇਹ ਗੱਲ ਕਰਾਂਗੇ ਕਿ ਅਸਲ ਦੇ ਵਿੱਚ ਕੀ ਆ, ਕਿਸ ਤਰ੍ਹਾਂ ਲੋਕ ਫਸੇ ਹੋਏ ਨੇ ਤੇ ਉਹ ਇਸ ਤਰ੍ਹਾਂ ਤੰਗ ਹੋ ਕੇ ਕਿਸ ਤਰ੍ਹਾਂ ਜਿਹੜੀਆਂ ਲੋਨ ਸ਼ਾਰਕਸ ਨੇ, ਜਿਹੜੇ ਵਿਆਜੂ ਪੈਸੇ ਦੇਣ ਵਾਲੇ ਨੇ, ਸਾਡੀ ਕਮਿਊਨਿਟੀ 'ਚ ਵੀ ਨੇ, ਗੋਰਿਆਂ ਦੀ ਵਿੱਚ ਨੇ, ਤੇ ਕਿਸ ਤਰ੍ਹਾਂ ਲੋਕਾਂ ਦਾ ਉਹ ਲਹੂ ਨਿਚੋੜਦੇ ਨੇ। ਮੈਂ ਉਹਦਾ ਇਹ ਕਹਾਂਗਾ ਵੀਰ ਜੀ ਆਪਣੇ ਕਾਲ ਜੇ ਠਹਿਰ ਕੇ ਆਉਂਦੀ ਤਾਂ ਵਧੀਆ ਸੀ, ਫਿਰ ਵੀ ਆਏ ਨੇ। ਹਾਂਜੀ ਵੀਰ ਜੀ, ਕਾਂਸੀ ਟੀਵੀ ਤੇ ਜੀ ਆਇਆਂ ਨੂੰ। ਜੀ ਭਾਜੀ, ਜੀ ਆਇਆਂ ਨੂੰ। ਮੈਂ ਠਹਿਰ ਕੇ ਕਰ ਲੂੰਗਾ ਭਾਜੀ, ਪਰ ਮੇਰੀ ਰਿਕੁਐਸਟ ਆ ਕਿ ਜਿਹੜਾ ਅੱਜ ਦਾ ਤੁਹਾਡਾ ਪੁਆਇੰਟ ਆ ਬਹੁਤ ਹੀ ਵਧੀਆ ਭਾਜੀ, ਹਾਂਜੀ ਇਹਦੀ ਸਾਨੂੰ ਲੋੜ ਆ ਜੀ। ਹਾਂਜੀ, ਤੋ ਕੋਈ ਗੱਲ ਨਹੀਂ, ਮੈਂ ਠਹਿਰ ਕੇ ਕਰਦਾ ਜੀ, ਤੁਹਾਨੂੰ ਕਰੋ। ਚਲੋ ਮਿਹਰਬਾਨੀ ਜ਼ਰੂਰ ਕਰਿਓ। ਓਕੇ, ਥੈਂਕ ਯੂ ਵੀਰ ਜੀ। ਤੇ ਦੋਸਤੋ ਮਿਹਰਬਾਨੀ ਤੁਹਾਡੀ ਵੀਰ ਜੀ, ਬਹੁਤ ਬਹੁਤ ਜਿਹੜਾ ਤੁਸੀਂ ਸਾਡੀ ਰਿਕੁਐਸਟ, ਸਾਡੀ ਬੇਨਤੀ ਮੰਨੀ ਹੈ। ਤੇ ਅਸਲ ਦੇ ਵਿੱਚ ਹੈ ਕਿ ਜਿਹੜਾ ਹੁਣ ਸਾਰਾ ਕੁਝ ਹੈਗਾ, ਤੁਸੀਂ ਵੀ ਸੋਚੋ ਦੋਸਤੋ ਵੀ ਕੀ ਅਸਲ 'ਚ ਹੈ ਕੀ, ਉਹ ਕਿਸ ਤਰ੍ਹਾਂ ਬੈਂਕਾਂ ਨੇ ਇਹ ਜਿਹੜੇ ਪੈਸੇ ਆ ਕਿਹਨਾਂ ਨੂੰ ਜਾਣੇ ਨੇ, ਕਿ ਕੀ ਗਵਰਨਮੈਂਟ ਨੂੰ ਜਾਣੇ ਆ ਕਿ ਬੈਂਕਾਂ ਨੂੰ ਜਾਣੇ ਆ, ਕੀ ਇਹ ਸਾਰਾ ਕੁਝ ਹੈਗਾ, ਇਸ ਦੇ ਬਾਰੇ ਗੱਲ ਕਰਾਂਗੇ। ਦੇਖੋ ਇਹਦੇ ਮੋਟੇ ਮੈਂ ਤੱਤ ਕਰਦਾ ਇਹਦੇ। ਦੇਖੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੇ ਤੁਸੀਂ ਆਮ ਇਨਸਾਨ ਨੂੰ ਦੇਖੋ ਇਸ ਵੇਲੇ, ਹਾਂਜੀ ਮੇਰੇ ਵਰਗਾ ਇਨਸਾਨ ਹੈ ਜਿਹੜਾ, ਠੀਕ ਹੈ, ਆਮ ਇਨਸਾਨ ਜਿਹਨੂੰ ਆਪਾਂ ਕਹਿੰਦੇ ਆਮ ਆਦਮੀ, ਠੀਕ ਹੈ, ਉਹ 'ਤੇ ਕੀ ਅਸਰ ਪੈਂਦਾ ਹੈਗਾ? ਇੱਕ ਤਾਂ ਜਿਹੜੀਆਂ ਕੀਮਤਾਂ ਨੇ, ਤੁਸੀਂ ਸੁਪਰਮਾਰਕੀਟ ਵਿੱਚ ਜਾਓ, ਤੁਸੀਂ ਦੁਕਾਨ ਵਿੱਚ ਜਾਓ, ਤੁਸੀਂ ਪੈਟਰੋਲ ਪਵਾਓ, ਤੁਸੀਂ ਗੈਸ ਦਾ ਬਿੱਲ ਦਿਓ, ਤੁਸੀਂ ਬਿਜਲੀ ਦਾ ਬਿੱਲ ਦਿਓ, ਉਹਨਾਂ ਦੀ ਇੱਕ ਤਾਂ ਉਹਨਾਂ ਦੀ ਕੀਮਤ ਵੱਧ ਗਈ ਬਹੁਤ ਜ਼ਿਆਦਾ ਪਿਛਲੇ ਮਤਲਬ 1.5 ਸਾਲ ਤੋਂ। ਤੁਸੀਂ ਸਾਰਿਆਂ ਨੇ ਨੋਟਿਸ ਕੀਤਾ ਹੈਗਾ। ਅੱਛਾ, ਉਹਦੇ ਕਾਫੀ ਕਾਜ਼ਜ਼ ਨੇ ਵਿੱਚ, ਸਾਰੇ ਕਹੀ ਜਾਂਦੇ ਜੀ ਯੂਕਰੇਨ ਵਾਰ ਹੈ, ਸਿਰਫ ਯੂਕਰੇਨ ਵਾਰ ਨਹੀਂ ਹੈਗੀ, ਹੋਰ ਵੀ ਬੜੇ ਕਾਜ਼ਜ਼ ਨੇ। ਲੇਕਿਨ ਦੂਜਾ ਫਿਰ ਜਦੋਂ ਤੁਹਾਡੇ ਇੱਕ ਤਾਂ ਤੁਹਾਡੀ ਉਹਦੀ ਜਿਹੜੀ ਕਾਸਟ ਆਫ ਲਿਵਿੰਗ ਹੈ ਉਹ ਤੁਹਾਡੀ ਰਾਈਜ਼ ਹੋ ਗਈ, ਠੀਕ ਹੈ ਨਾ। ਦੂਜੇ ਪਾਸੇ ਹੁਣ ਤੁਸੀਂ ਜਿਹੜਾ ਇੰਟਰਸਟ ਰੇਟ ਰਾਈਜ਼ ਹੋ ਗਿਆ, ਜਿਹੜੀ ਤੁਸੀਂ ਆਪੇ ਗਿਆ, ਜਿਹੜੀ ਮੌਰਗੇਜ ਤੁਸੀਂ 400 ਪਾਉਂਡ 450 ਪਾਉਂਡ ਦਿੰਦੇ ਸੀ, ਹੁਣ ਤੁਸੀਂ ਉਹ ਮੌਰਗੇਜ 700 ਪਾਉਂਡ ਦੀ ਦੇ ਰਹੇ ਹੋਗੇ ਸਵਾ ਸਾਲ ਦੇ ਵਿੱਚ। ਹਾਂ, ਅੱਛਾ, ਉਹ ਸਾਲ ਦੇ ਵਿੱਚ ਹੋ ਗਿਆ। ਹੁਣ ਡਬਲ ਵਹਿਮੀ ਹੈ। ਇੱਕ ਤਾਂ ਮੈਂ ਭਾਜੀ ਮੈਂ ਘਰ ਦੀ ਸ਼ਾਪਿੰਗ ਮੈਂ ਕਰਦਾ ਹੈਗਾ, ਠੀਕ ਹੈ, ਬਹੁਤ ਚੰਗੀ ਗੱਲ ਹੈ। ਮੈਂ ਹਰ ਹਫਤੇ ਮੈਂ ਨੋਟਿਸ ਕਰਦਾ ਹੈਗਾ, ਘਰ ਦਾ ਖਾਣਾ ਵੀ ਮੈਂ ਬਣਾਉਣਾ ਹੈਗਾ। ਸੋ ਮੈਂ ਨਾ ਨਬਜ਼ ਪਛਾਣਦਾ ਹੈਗਾ ਹਰ ਹਫਤੇ ਕਿ ਜਿਹੜੀਆਂ ਚੀਜ਼ਾਂ, ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਹੈਗਾ, ਇੱਕ ਛੋਟਾ ਜਿਹਾ ਉਦਾਹਰਨ ਹੈ। ਕਿਊਕੰਬਰ ਹੈ ਜਿਹੜੀ, ਠੀਕ ਹੈ, ਕਿਊਕੰਬਰ ਦਾ ਪ੍ਰਾਈਸ ਇਹ ਸਾਲ ਪਹਿਲਾਂ ਸੀਗਾ, ਕਿਹਨੂੰ ਕਹਿੰਦੇ ਨੇ, 45 ਪੈਂਸ ਸੀਗਾ। ਉਹੀ ਕਿਊਕੰਬਰ ਅੱਜ 48 ਪੈਂਸ ਤੇ, ਸੌਰੀ 78 ਪੈਂਸ ਤੇ ਹੈ, ਜਾਂ ਲਗਭਗ 80 ਪੈਂਸ ਤੇ ਹੈ, ਠੀਕ ਹੈ, ਡਬਲ ਹੋ ਗਿਆ। ਦੁੱਧ ਦੀ, ਮੀਟ ਦੀ, ਬ੍ਰੈਡ, ਇੱਕ ਬ੍ਰੈਡ ਦਾ ਲੋਫ ਹੈ ਜਿਹੜਾ, ਉਹ ਹੁਣ ਜਿਹੜੀ ਬ੍ਰੈਡ ਅਸੀਂ ਯੂਜ਼ ਕਰਦੇ ਹਾਂ ਉਹ 2.25 ਪਾਉਂਡ ਦਾ ਲੋਫ ਹੋ ਗਿਆ, ਠੀਕ ਹੈ, ਲਗਭਗ 2 ਪਾਉਂਡ ਦਾ ਲੋਫ ਹੋ ਗਿਆ, ਠੀਕ ਹੈ ਨਾ। ਸੋ ਇੱਕ ਪਾਸੇ ਤੁਹਾਡੇ ਤੇ ਉਹ ਮਤਲਬ ਤੁਹਾਡੇ ਤੇ ਅਤਿਆਚਾਰ ਹੋ ਰਿਹਾ, ਦੂਜੇ ਪਾਸੇ ਜਦੋਂ ਤੁਸੀਂ ਇੰਟਰਸਟ ਰੇਟ ਰਾਈਜ਼ ਕਰਤੇ, ਜਿਹੜਾ ਆਮ ਆਦਮੀ ਹੈ ਉਹ ਸਾਹ ਕਿਵੇਂ ਲਵੇ? ਆਮ ਆਦਮੀ ਸਾਹ ਕਿਵੇਂ ਲੱਗੇ? ਲੇਕਿਨ ਇਹਦਾ ਫਾਇਦਾ ਵੀ ਹੁੰਦਾ ਕੁਝ ਲੋਕਾਂ ਨੂੰ, ਠੀਕ ਹੈ। ਜਿਹੜੇ ਲੋਕਾਂ ਦੀ, ਦੇਖੋ ਸੋਸਾਇਟੀ ਦੇ ਵਿੱਚ ਜ਼ਿਆਦਾਤਰ ਜਿਹੜੀ ਪੋਪੂਲੇਸ਼ਨ ਹੈ ਨਾ,
ਉਹਨਾਂ ਦੀ ਸੇਵਿੰਗ ਕੋਈ ਨਹੀਂ ਹੈਗੀ, ਠੀਕ ਹੈ, ਉਹਨਾਂ ਕੋਲ ਕੋਈ ਬੈਂਕ 'ਚ ਕੁਝ ਨਹੀਂ ਪਿਆ ਹੈਗਾ। ਆਪਣੇ ਲੋਕ ਏਸ਼ੀਅਨ ਲੋਕਾਂ ਨੂੰ ਸਮਝਣ ਲਈ ਥੋੜ੍ਹਾ ਜਿਹਾ ਔਖਾ ਹੋਊਗਾ ਵੀ ਦੇਖੋ ਬੈਂਕ 'ਚ ਹਾਂ ਸਿਰਫ ਏਸ਼ੀਅਨ ਲੋਕਾਂ ਲਈ ਮਹਿੰਗਾਈ ਐਸੀ ਹੈ, ਕਾਸਟ ਆਫ ਲਿਵਿੰਗ ਐਸੀ ਹੈ ਕਿ ਸੇਵਿੰਗਸ ਕਿਸੇ ਕੋਲ ਵੀ ਨਹੀਂ ਹੈਗੀ, ਠੀਕ ਹੈ ਨਾ। ਅੱਛਾ, ਲੇਕਿਨ ਜਿਹਦੇ ਕੋਲ ਸੇਵਿੰਗ ਹੈ ਬੈਂਕ ਦੇ ਵਿੱਚ ਉਹਨੂੰ ਫਾਇਦਾ ਹੁੰਦਾ, ਠੀਕ ਹੈ। ਔਰ ਸੋ ਜਿਹੜਾ ਸਰਮਾਏਦਾਰ ਹੈ, ਜਿਹੜਾ ਅਮੀਰ ਹੈ, ਜਿਹੜਾ ਲੈਂਡਲੋਰਡ ਹੈ, ਜਿਹਦੇ ਕੋਲ ਪੈਸੇ ਹੈਗੇ ਆ, ਉਹ ਮਾਈਨੋਰਿਟੀ ਹੈ, ਉਹ ਥੋੜ੍ਹੇ ਜਿਹੇ ਲੋਕ ਨੇ, ਲੇਕਿਨ ਉਹਨਾਂ ਨੂੰ ਇੰਟਰਸਟ ਰੇਟ ਰਾਈਜ਼ ਦੇ ਵਿੱਚ ਇਨਫਲੇਸ਼ਨ ਇਹਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ। ਮਤਲਬ ਕਿ ਜਿਵੇਂ ਪੈਨਸ਼ਨ ਰਾਏ ਦੇ ਅਸੀਂ ਇਹ ਵੀ ਹੈਗਾ ਨਾਲ, ਕਿਉਂਕਿ ਇਹਦੇ ਦੋਵੇਂ ਪਾਸੇ ਦੇ ਜਿਹੜੇ ਪੈਨਸ਼ਨਰ ਜਿਹਨਾਂ ਨੇ ਇਨਵੈਸਟਮੈਂਟ ਕੀਤੀ ਹੈ ਬੈਂਕਾਂ ਦੇ ਵਿੱਚ, ਉਹਨਾਂ ਲੋਕਾਂ ਨੂੰ ਥੋੜ੍ਹਾ ਬਹੁਤਾ ਫਾਇਦਾ ਹੋ ਜਾਊਗਾ, ਪਰ ਜਿਹੜਾ ਫਾਇਦਾ ਉਹ ਘੱਟ ਹੈ, ਪਰ ਜਿਹੜਾ ਉਹਨਾਂ ਨੂੰ ਜੇਬ ਚੋਂ ਨਿਕਲਣਾ ਉਹ ਜ਼ਿਆਦਾ ਹੋ ਜਾਣਾ ਹੈ, ਉਹ ਜ਼ਿਆਦਾ ਹੈਗਾ। ਹਾਂਜੀ, ਸੋ ਇਹ ਮਤਲਬ ਕਿ ਜਿਹੜਾ ਕੁਛ ਹੈਗਾ ਵੀ ਤੁਸੀਂ ਇਨ ਦੀ ਐਂਡ ਜਿਹੜੇ ਵਿਨਰਸ ਨੇ, ਜਿਹੜੇ ਜੇਤੂ ਨੇ, ਜਿਹਨਾਂ ਨੂੰ ਫਾਇਦਾ ਆ, ਉਹ ਅਮੀਰ ਲੋਕ, ਮਲਟੀਨੈਸ਼ਨਲ ਕਾਰਪੋਰੇਸ਼ਨ ਨੇ, ਬੈਂਕ ਨੇ, ਵੱਡੇ ਬੈਂਕ ਮੈਨੇਜਰ ਨੇ, ਉਹਨਾਂ ਨੂੰ ਫਾਇਦਾ ਹੋਣਾ। ਦੇਖੋ ਜੀ, ਇਹ ਸਿਰਫ ਮੈਂ ਨਹੀਂ ਕਹਿ ਰਿਹਾ ਹੈਗਾ, ਇਹ IMF ਹੈ ਜਿਹੜਾ ਇੰਟਰਨੈਸ਼ਨਲ ਮੋਨਿਟਰੀ ਬੈਂਕ ਆ, ਠੀਕ ਹੈ ਨਾ, ਇੰਟਰਨੈਸ਼ਨਲ ਮੋਨਿਟਰੀ ਫੈਡਰੇਸ਼ਨ ਜਿਹੜੀ, ਠੀਕ ਹੈ, ਜਿਹੜੀ ਹੈ ਕਿ ਉਨਕੇ ਯੂਰਪੀਅਨ ਸੈਂਟਰਲ ਬੈਂਕ ਆ, ਇਹ ਉਹਨਾਂ ਦੀ ਫਾਈਂਡਿੰਗ ਜੋ ਮੈਂ ਕਹਿ ਰਿਹਾ ਹੈਗਾ ਕਿ ਉਹ ਕਹਿੰਦੇ ਕਿ ਜਿਉਂ ਇਨਫਲੇਸ਼ਨ ਵੱਧ ਰਹੀ ਹੈ ਲੋਕਾਂ ਲਈ, ਉਸੇ ਟਾਈਮ ਤੇ ਜਿਹੜੀ ਬਿਗ ਬਿਜ਼ਨਸ ਹੈ, ਜਿਹੜਾ ਵੱਡੀਆਂ ਜਿਹੜੀਆਂ ਕੰਪਨੀਆਂ ਨੇ, ਉਹਨਾਂ ਦੇ ਜਿਹੜੇ ਮੁਨਾਫੇ ਨੇ ਉਹ ਜ਼ਿਆਦਾ ਵੱਧ ਰਹੇ ਨੇ, ਠੀਕ ਹੈ। ਇਹਦੇ ਵਿੱਚੋਂ ਜੇ ਸਾਨੂੰ ਮਾਰ ਪੈਂਦੀ ਅਸੀਂ ਕਰਲਾਉਂਦੇ ਆ ਨਾ, ਉਹ ਵੀ ਨੇ ਜਿਹੜੇ ਅਮੀਰ ਨੇ, ਜਿਨ੍ਹਾਂ ਦੀਆਂ ਜਿਹੜੀਆਂ ਜਾਇਦਾਦਾਂ ਵੱਧ ਗਈਆਂ ਨੇ, ਜਿਨ੍ਹਾਂ ਦੀ ਜਿਹੜੀ ਇਨਕਮ, ਜਿਹੜੀ ਵੈਲਥ ਹੈ, ਜਿਹੜੀ ਉਹਨਾਂ ਦੀ ਵੱਧ ਗਈ ਜ਼ਿਆਦਾ, ਉਹਨਾਂ ਨੂੰ ਵੀ ਫਾਇਦਾ ਹੁੰਦਾ ਹੈਗਾ। ਫਿਰ ਦੋਸਤੋ, ਜਿਹੜੀ ਅਸੀਂ ਕਰਨਾ ਹੈ ਤਾਂ, ਕਿਉਂਕਿ ਇਸ਼ੂ ਐਡਾ ਵੱਡਾ ਆ ਕਿ ਇਹ ਤਾਂ ਘੰਟਿਆਂ ਬੱਧੀ ਚੱਲੀ ਲੈ ਤਾਂ ਵੀ ਨਹੀਂ ਮੁੱਕਣਾ। ਹੁਣ ਉਹਦੇ ਵਿੱਚ ਜਿਵੇਂ ਇੱਕ ਅਸੀਂ ਲਾਉਂਦੇ ਆ ਕਿ ਇੱਕ ਤਾਂ ਜਿਹੜੇ ਸਾਡੇ ਧੀ ਪੁੱਤ ਨੇ, ਜਵਾਨ ਹੋਏ ਨੇ, ਵਿਆਹ ਕਰਾਏ ਨੇ, ਉਹਨਾਂ ਨੂੰ ਜੇ ਘਰ ਲੈਣਾ ਸੀ, ਉਹਨਾਂ ਦੀ ਕੋਈ ਪਲੈਨਿੰਗ ਸੀ, ਇਹ ਇੰਟਰਸਟ ਰੇਟ ਵਧਣ ਦੇ ਨਾਲ ਉਹਨਾਂ ਦੀ ਸਾਰੀ ਜਿਹੜੀ ਪਲੈਨਿੰਗ ਜੇ ਜਿਹੜੀਆਂ ਉਹਨਾਂ ਦੀ ਸੋਚਿਆ ਸੀ, ਉਹਨਾਂ ਸਲਾਹਾਂ 'ਤੇ ਪਾਣੀ ਫਿਰ ਗਿਆ, ਉਹਨਾਂ ਦੀ ਯੋਜਨਾਵਾਂ 'ਤੇ ਪਾਣੀ ਫਿਰ ਗਿਆ। ਤੇ ਇਹਦੇ ਨਾਲ ਮਤਲਬ ਕਿ ਅਸੀਂ ਇਹ ਕਹਿੰਦੇ ਕਿ ਜਿਹੜਾ ਸਿਸਟਮ ਹੈ, ਹੁਣ ਪਹਿਲਾਂ ਉਹਨਾਂ ਨੇ, ਤੁਹਾਨੂੰ ਬਹੁਤਿਆਂ ਨੂੰ ਪਤਾ ਹੋਊਗਾ ਕਿ ਜਿਹੜਾ ਡਿਪੋਜ਼ਿਟ ਸੀ ਇੱਕ ਜ਼ਮਾਨੇ 'ਚ 10% ਸੀ, ਸਿਰਫ 10%, ਉਹ ਇਹਨਾਂ ਨੇ ਹੁਣ 20-25% ਕੀਤਾ ਹੋਇਆ। ਇਹ ਅਸਲ ਦੇ ਵਿੱਚ ਕੀ ਆ, ਕਿਉਂਕਿ ਜੇ ਇਹ ਇੰਟਰਸਟ, ਜੇ ਡਿਪੋਜ਼ਿਟ ਆ, ਅਸੀਂ ਇਹ ਗੱਲ ਦੇ ਪੱਖੀ ਆ ਕਿ ਇਹ ਸਿਰਫ ਤੇ ਸਿਰਫ 5% ਚਾਹੀਦਾ। 5% ਵੀ ਸਾਡੇ ਵਰਗੇ ਤਾਂ ਕਹਿੰਦੇ ਆ, ਚਲੋ ਬੈਂਕਾਂ ਨੇ ਟਾਈਮ ਦੇਣਾ ਹੁੰਦਾ, ਬੈਂਕ ਮੈਨੇਜਰ ਨੂੰ ਮਿਲਦੇ ਆ, ਉਹਨਾਂ ਦੇ ਸਿਨਰਜੀ ਆ, ਪੇਪਰ ਛਾਪਣਾ, ਸਾਰਾ ਅਰੇਂਜਮੈਂਟ ਕਰਨੇ ਉਹਨਾਂ ਨੇ, ਉਹ ਕਹਿੰਦੇ ਵੀ ਇਹਨੂੰ ਅਰੇਂਜਮੈਂਟ ਫੀ ਕਹਿੰਦੇ ਨੇ ਕਈ ਵਾਰ, ਤੇ ਉਹ ਜਦੋਂ ਸਾਰਾ ਕੁਝ ਹੈ 5% ਲਾ ਲਓ। ਇਹ ਜਿਹੜਾ 20% ਹੈ, ਇੱਕ ਆਮ ਆਦਮੀ, ਇੱਕ ਬੱਚਾ ਜਿਹੜਾ ਕਾਲਜ ਚੋਂ ਨਿਕਲਿਆ, ਯੂਨੀਵਰਸਿਟੀ ਚੋਂ ਨਿਕਲਿਆ ਜਾਂ ਵਿਆਹ ਕਰਾਇਆ, ਉਹ ਕਿੱਥੋਂ ਅਫੋਰਡ ਕਰ ਲੂਗਾ ਇਹ? ਸਰ ਦੇਖੋ, ਤੇ ਉਹ ਮਤਲਬ ਕਿ ਅਸੀਂ ਇਹ ਗੱਲਾਂ ਸਾਰੀਆਂ ਵਿਚਾਰਨੇ ਵਾਲੀਆਂ ਕਿ ਡਿਪੋਜ਼ਿਟ ਕਿੰਨਾ ਚਾਹੀਦਾ, ਕਿੰਨਾ ਨਹੀਂ ਚਾਹੀਦਾ। ਫਿਰ ਇਹਨੇ ਜਿਹੜਾ ਉਹਨਾਂ ਦੀਆਂ ਖਾਹਿਸ਼ਾਂ 'ਤੇ ਪਾਣੀ ਫੇਰਿਆ ਕਿ ਹੁਣ ਜਿਹੜੇ 300 'ਚ ਗੁਜ਼ਾਰਾ ਕਰ ਸਕਦਾ ਸੀ, 400 'ਚ ਕਰ ਸਕਦਾ ਸੀ, ਉਹਦੇ 800 ਹੋ ਗਈ ਹੈ। ਬਿਲਕੁਲ, ਹਾਂ। ਦੇਖੋ, ਮੈਂ ਬਾਹਰ ਦੂਰ ਜਾਣ ਦੀ ਗੱਲ ਨਹੀਂ, ਮੈਂ ਘਰੇਲੂ ਗੱਲ ਤੁਹਾਨੂੰ ਦੱਸਦਾ ਹੈਗਾ। ਮੇਰੀ ਬੇਟੀ ਯੂਨੀਵਰਸਿਟੀ ਆਫ ਲੰਡਨ ਪੜ੍ਹਾਉਂਦੀ ਹੈਗੀ ਆ, ਉਹ ਹੁਣ ਆਪਣੇ ਲਈ ਫਲੈਟ ਲੱਭ ਰਹੀ ਆ। ਉਹ ਕਹਿੰਦੇ ਵੀ ਡੈਡ, ਮੈਨੂੰ ਇਹ ਜਿਹੜੀ ਇੱਕ ਤਾਂ ਇੰਟਰਸਟ ਰੇਟ ਰਾਈਜ਼ ਹੋ ਗਏ, ਠੀਕ ਹੈ, ਇੱਕ ਜਿਹੜੀ ਡਿਪੋਜ਼ਿਟ ਦੀ ਜਿਹੜੀ ਸਕੀਮ ਹੈ ਉਹ ਜ਼ਿਆਦਾ ਹੋ ਗਈ, ਵੀ ਡਿਪੋਜ਼ਿਟ ਜ਼ਿਆਦਾ ਚਾਹੀਦਾ ਹੈਗਾ। ਕਹਿੰਦੀ ਮੇਰੇ ਜਿਹੜੇ ਹਾਨੀ ਨੇ, ਜਿਹੜੇ ਯੰਗ ਪੀਪਲ ਜਿਹੜੇ ਇੰਨੇ ਸੀ, ਜਿਹੜੇ ਮਤਲਬ ਛੋਟੇ ਫਲੈਟ, ਛੋਟੇ ਕਮਰੇ ਲੱਭ ਰਹੇ ਸੀਗੇ, ਕਹਿੰਦੀ ਉਹ ਸਾਰਿਆਂ ਦੇ ਸਾਰੇ ਉਹਨਾਂ ਨੇ ਨਾ ਕਰਤੀ ਆ, ਠੀਕ ਹੈ। ਨੋਬਡੀ, ਉਹਨਾਂ 'ਚੋਂ ਕਿਸੇ ਨੂੰ ਮਤਲਬ ਨਹੀਂ ਮਿਲ ਰਹੀ ਹੈਗੀ ਮੌਰਗੇਜ, ਕਿਸੇ ਨੂੰ ਮਿਲ ਰਹੀ ਹੈ। ਮੇਰਾ ਇੱਕ ਆਪਣਾ ਹੀ ਦੋਸਤ ਹੈ, ਉਹਨੇ 1 ਸਾਲ ਪਹਿਲਾਂ ਉਹ ਨਵਾਂ ਘਰ ਖਰੀਦਣਾ ਚਾਹੁੰਦਾ ਸੀ ਆਪਣੇ ਲਈ, ਆਪਣੀ ਫੈਮਿਲੀ ਲਈ। ਹੁਣ ਉਹ ਕਿਰਾਏ 'ਤੇ ਗਿਆ ਹੈਗਾ, ਕਹਿੰਦਾ ਮੈਂ ਕਿਰਾਏ ਮੈਂ ਦੇ ਸਕਦਾ, ਜਿਹੜਾ ਆਪਣਾ ਘਰ ਮੈਨੂੰ ਕਹਿੰਦਾ ਕਿਸੇ ਨੇ ਮੌਰਗੇਜ ਨਹੀਂ ਦੇਣੀ ਹੈਗੀ। ਸੋ ਦੂਜੀ ਇਹਦੀ ਇੱਕ ਕ੍ਰੂਸ਼ਲ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਭਗਵੰਤ ਜੀ, ਜਦੋਂ ਤੁਸੀਂ ਆਏ ਸੀ ਇਸ ਮੁਲਕ ਦੇ ਵਿੱਚ, ਜਦੋਂ ਮੈਂ ਆਇਆ ਸੀਗਾ, ਉਦੋਂ ਇੱਥੇ ਪਬਲਿਕ ਹਾਊਸਿੰਗ ਬੜੀ ਹੁੰਦੀ ਸੀ, ਕਾਊਂਸਲ ਹਾਊਸਿੰਗ ਕਾਫੀ ਹੁੰਦੀ ਸੀਗੀ, ਕਿ ਜਿਹੜਾ ਬੰਦੇ ਕੋਈ ਮੋਸਟਲੀ ਬੰਦੇ ਨਹੀਂ ਸੀ ਅਫੋਰਡ ਕਰ ਸਕਦੇ ਇੱਕੋ ਦਮ ਘਰ ਲੈਣਾ, ਲੇਕਿਨ ਤੁਹਾਨੂੰ ਕਾਊਂਸਲ ਘਰ ਦੇ ਦਿੰਦੀ ਸੀਗੀ, ਠੀਕ ਹੈ, ਸਬਸਿਡਾਈਜ਼ ਕਿਰਾਏ 'ਤੇ। ਕਾਊਂਸਲ ਜਿਹੜੀ ਹਾਊਸਿੰਗ ਹੈ ਬਿਲਕੁਲ ਪਿਛਲੇ 30-35 ਸਾਲਾਂ ਦੇ ਵਿੱਚ, 40 ਸਾਲਾਂ ਦੇ ਵਿੱਚ ਬਿਲਕੁਲ ਡੈਸੀਮੇਟ ਹੋ ਗਈ ਹੈ। ਸਾਰੇ ਯੂਰਪ ਤੋਂ ਘੱਟ ਜਿਹੜੀ ਪਬਲਿਕ ਹਾਊਸਿੰਗ ਹੈ, ਕਾਊਂਸਲ ਹਾਊਸਿੰਗ ਹੈ, ਉਹ ਇੰਗਲੈਂਡ ਦੇ ਵਿੱਚ ਹੈ, ਬ੍ਰਿਟਨ ਦੇ ਵਿੱਚ ਹੈ, ਠੀਕ ਹੈ। ਸੋ ਉਹ ਵੀ ਜਿਹੜਾ ਚਾਰਾ ਹੁੰਦਾ ਸੀ ਨਾ ਪਹਿਲਾਂ ਲੋਕਾਂ ਨੂੰ, ਉਹ ਵੀ ਨਹੀਂ ਰਿਹਾ। ਕਾਊਂਸਲ ਤੋਂ ਲੈ ਲਵਾਂਗੇ, ਹਾਂ, ਕਾਊਂਸਲ ਤੋਂ ਲੈ ਲਾਂਗੇ, ਉਹ ਵੀ ਬਿਲਕੁਲ ਨਹੀਂ ਰਹਿ ਗਈ ਹੁਣ। ਤੇ ਅਸਲ ਦੇ ਵਿੱਚ ਜਿਹੜਾ ਦੋਸਤੋ ਆਪਣਾ ਜਿਹੜਾ ਘਰ ਆ, ਬਹੁਤਿਆਂ ਆਪਾਂ ਨੂੰ ਜਿਹੜਾ ਅਸੀਂ ਗੱਲ ਕਰਦੇ ਹਾਂ, ਉਹਦਾ ਜਿਹੜਾ ਮੇਨ, ਉਹਦਾ ਜਿਹੜਾ ਆਧਾਰ ਆ, ਮੇਨ ਉਹਦਾ ਰੀਜ਼ਨ ਹੈ,
ਉਹ ਜਿਹੜੇ ਲੋਕਾਂ ਦੇ ਕੋਲ ਆਪਣੇ ਘਰ ਨੇ ਬੈਂਕਾਂ ਤੋਂ ਲੋਨ ਲੈ ਕੇ ਚੱਕੇ ਹੋਏ ਨੇ ਵਿਆਜੂ ਪੈਸਾ ਲੈ ਕੇ ਉਹਨਾਂ ਨਾਲ ਸੰਬੰਧਿਤ ਹੈਗਾ ਆ। ਤੇ ਹੁਣ ਜਦੋਂ ਹੁਣ ਇਹ ਆ ਵੀ ਜਦੋਂ ਤੁਸੀਂ ਆਮ ਸਾਡੇ ਬੱਚੇ ਹੈਗੇ ਆ ਉਹ ਯੂਨੀਵਰਸਿਟੀਆਂ ਜਾਂਦੇ ਨੇ, ਹੁਣ ਜਦੋਂ ਇੰਟਰਸਟ ਰੇਟ ਵੱਧ ਗਿਆ, ਜਿਹੜੇ ਲੈਂਡਲੋਡ ਉਹਨਾਂ ਨੇ ਕਿਰਾਏ ਤੇ ਲੈਣੇ ਆ, ਮੈਂ ਖੁਦ ਲੈਂਡਲੋਡ ਹੈਗੇ ਆ, ਅਸੀਂ ਸਾਨੂੰ ਇਹ ਗੱਲ ਪੂਰਾ ਵੀ ਅਸੀਂ ਇਹ ਦੇਖਦੇ ਆ ਵੀ ਹੁਣ ਉਹਦੇ ਜਿਹੜਾ ਬੰਦਾ ਇੱਕ ਲੈਂਡਲੋਡ ਆ ਜਿਹਨੇ ਕਿਰਾਏ ਤੇ ਘਰ ਲੈ ਕੇ ਦਿੱਤਾ, ਉਹਦੀ ਕਿਸ਼ਤ ਵੱਧ ਗਈ, ਉਹ ਕਿਸ਼ਤ ਕਿਹਦੇ ਕੋਲ ਜਾਣੀ ਆ, ਉਹਨੇ ਪੈਸੇ ਕਿਹਦੇ ਕੋਲ ਕੱਢਣੇ ਆ, ਜਿਹੜੇ ਬੱਚੇ ਸਟੂਡੈਂਟਸ ਦਾ ਜਿਹੜਾ ਕਿਰਾਏਦਾਰ ਆ ਉਹਦੇ ਕੋਲ ਕੱਢਣੇ ਨਾ, ਮੁੜ ਕੇ ਉੱਥੇ ਗੱਲ ਆ ਜਾਂਦੀ ਆ। ਇਹ ਜੇ ਸਾਰਾ ਕੁਝ ਹੈਗਾ ਆ, ਇਹਦੇ ਵਿੱਚ ਜਿਹੜਾ ਨਾ ਇੰਟਰਸਟ ਰੇਟ ਵਿੱਚ ਥੋੜ੍ਹਾ ਜਿਹਾ ਨਹੀਂ, ਅਸਲ ਦੇ ਵਿੱਚ ਕੀ ਆ ਵੀ ਇਹ ਜੱਗੋ ਤੇਰਵੀਂ ਇੱਕ ਅੱਜ ਤੋਂ ਸਾਲ ਪਹਿਲਾਂ ਇਹ 0.5% ਤੇ ਵੀ ਜਿਉਂਦੇ ਸੀਗੇ ਹੈ ਨਾ, ਵੀ ਜਦੋਂ ਸਰ ਬੈਂਕ ਸੀਗੇ ਉਦੋਂ ਵੀ ਜਿਉਂਦੇ ਸੀ, ਤੇ ਹੁਣ 5% ਤੋਂ ਵੀ ਇਹ ਜਿੱਦਾਂ ਦੱਸਿਆ ਕਿ ਉਹ 6.5% ਹੋ ਜਾਣਾ ਦਸੰਬਰ ਦੇ ਤੱਕ। ਹਾਂ 6.5 ਹਾਂਜੀ, ਔਰ ਉਹਦਾ ਮੈਂ ਤੱਕ ਰਿਸਰਚ ਕੀਤੀ, ਉਹ ਕਹਿੰਦੇ ਵੀ ਫੈਬਰੀ ਤੱਕ ਤਾਂ ਜ਼ਰੂਰ ਹੋ ਹੀ ਜਾਣਾ ਜੇ ਉਹ ਨਾ ਹੋਇਆ। ਸੋ ਜੇ ਹੋਰ 1.5% ਵੱਧ ਗਿਆ ਫਿਰ ਲੋਕਾਂ ਦੀ ਹਾਲਤ ਕੀ ਹੋਊਗੀ। ਅਸੀਂ ਕਹਿੰਦੇ ਕਿ ਜਿਹੜੇ ਲੋਕ ਹੁਣ ਸਾਡੇ ਵੀਰ ਭੈਣ ਭਾਈ ਹੁਣ ਇਸ ਟਾਈਮ ਜਿਹਨਾਂ ਨੂੰ ਪ੍ਰੋਗਰਾਮ ਦੇਖਦੇ ਪਏ ਨੇ ਜਾਂ ਹੋਰ ਨੇ, ਉਹ ਕਿੱਥੇ ਨੂੰ ਜਾਣਗੇ, ਕੀ ਕਰਨਗੇ। ਅਸੀਂ ਉਹਦੇ ਲਈ ਤੁਹਾਨੂੰ ਇੱਕ ਗੱਲ ਕਰਦੇ, ਸਭ ਤੋਂ ਪਹਿਲੀ ਗੱਲ ਇਹ ਆ ਕਿ ਜਿਹੜੀਆਂ ਲੋਨ ਸ਼ਾਰਕ ਨੇ, ਜਿਹੜੇ ਵਿਆਜੂ ਪੈਸੇ ਦਿੰਦੇ ਨੇ ਲੋਕ ਪ੍ਰਾਈਵੇਟ, ਉਹ ਉਹਨਾਂ ਕੋਲ ਕਦੇ ਨਾ ਜਾਣ, ਉਹਨਾਂ ਕੋਲ ਬਿਲਕੁਲ ਨਾ ਜਾਓ। ਇੱਕ ਤਾਂ ਗੱਲ ਇਹ ਕਿ ਉਹ ਇਲੀਗਲ ਨੇ, ਉਹਨਾਂ ਨਾਲ ਡੀਲ ਕਰਨਾ ਵੀ ਇਲੀਗਲ ਹੈ, ਤੁਹਾਨੂੰ ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਊਗਾ। ਹਾਂਜੀ, FCA ਥੱਲੇ ਉਹਨਾਂ ਦੇ ਗੈਰ ਕਾਨੂੰਨੀ ਹੈ, ਫਾਈਨੈਂਸ਼ੀਅਲ ਕੰਡਕਟ ਅਥਾਰਟੀ ਦੇ ਸਮਥਲ। ਸੋ ਇਹ ਤੁਸੀਂ ਸੋਚ ਲਓ। ਫਿਰ ਦੂਜੀ ਗੱਲ ਹੈ ਵੀ ਕਿ ਜਿਹੜੇ ਉਹ ਲੋੜੀਆਂ ਸ਼ਾਰਕਾਂ ਨੇ, ਉਹਨਾਂ ਦਾ ਜਿਹੜਾ ਇੰਟਰਸਟ ਰੇਟ ਹੁੰਦਾ ਉਹ 100% ਤੱਕ ਹੈ, ਜਿੱਦਾਂ ਮੈਂ ਪਹਿਲਾਂ ਦੱਸਿਆ। ਮਤਲਬ ਕਿ ਤੁਸੀਂ ਇੱਕ ਵਾਰ ਉਹ ਜਿਵੇਂ ਪੰਜਾਬੀ 'ਚ ਆਪਣੇ ਜਿਹੜੇ ਲੋਕ ਆ, ਮੇਰੇ ਬਜ਼ੁਰਗ ਵੀਰੇ ਦੇਖਦੇ ਹੋਣਗੇ ਵੀ ਪੁਰਾਣੇ ਜ਼ਮਾਨੇ 'ਚ ਪੰਜਾਬੀ ਦੇ ਇੰਡੀਆ ਦੇ ਵਿੱਚ ਸੀ, ਜਿਹਨੇ ਇੱਕ ਵਾਰ ਜ਼ਮੀਨ ਰੱਖਤੀ ਨਾ ਗਹਿਣੇ, ਉਹ ਸਾਰੀ ਉਮਰ ਛਡਾ ਨਹੀਂ ਸਕਿਆ ਸੀਗਾ। ਉਹ ਜ਼ਮੀਨ ਇੱਦਾਂ ਹੀ ਚਲੀ ਜਾਂਦੀ ਆ, ਤੇ ਅਖੀਰ ਚ ਆ ਕੇ ਉਹ ਬੰਦਾ ਆਪਣੇ ਮਤਲਬ ਕਿ ਰਹਿਣ ਜੋਗੀ ਵੀ ਉਹ ਝੌਂਪੜੀ ਨਹੀਂ ਰਹਿੰਦੀ ਹੁੰਦੀ। ਇਹੀ ਕੰਮ ਇੱਥੇ ਹੈਗਾ। ਇਹ ਲੋਕ ਜਿਹੜੇ ਸ਼ਾਰਕਾਂ ਇਹਨਾਂ ਕੋਲ ਬਿਲਕੁਲ ਨਾ ਜਾਓ। ਤੁਸੀਂ ਬੈਂਕ ਨੂੰ ਮਿਲੋ, ਬੈਂਕ ਮੈਨੇਜਰਾਂ ਨੂੰ ਮਿਲੋ। ਇੱਥੇ ਕਈ ਇੱਕ ਕ੍ਰੈਡਿਟ ਯੂਨੀਅਨ ਨਾਂ ਦੀਆਂ ਆਰਗੇਨਾਈਜੇਸ਼ਨ ਹੈਗੀ ਆ, ਉਹਦਾ ਤੁਸੀਂ ਉਹਨਾਂ ਕੋਲ ਜਾਓ, ਉਹ ਤੁਹਾਨੂੰ ਤੁਹਾਡਾ ਅਰੇਂਜਮੈਂਟ ਕਰਨ ਦੀ ਕੋਸ਼ਿਸ਼ ਕਰਨਗੇ। ਜ਼ਰੂਰੀ ਨਹੀਂ ਜੇ ਉਹਨਾਂ ਦੇ ਤੁਸੀਂ ਏਰੀਆ ਦੇ ਵਿੱਚ, ਉਹਨਾਂ ਦੇ ਖੇਤਰ ਦੇ ਵਿੱਚ ਆਉਂਦੇ ਹੋ ਤਾਂ ਉਹਨਾਂ ਨਾਲ ਰਿਲੇਸ਼ਨਸ਼ਿਪ ਹੈਗੀ, ਉਹਨਾਂ ਦਾ ਬੌਂਡਸ, ਉਹਨਾਂ ਨਾਲ ਰਿਲੇਸ਼ਨਸ਼ਿਪ ਤੁਹਾਡੀ ਕੋਈ ਜੁੜਦੀ ਹੈ ਉਹਨਾਂ ਨਾਲ ਗੱਲ ਕਿਸੇ ਪਾਸਿਓਂ, ਤੇ ਤੁਹਾਨੂੰ ਉਹ ਹੈਲਪ ਕਰਦੇ ਨੇ। ਦੇਖੋ, ਜਿਹੜੀ ਤੁਸੀਂ ਲੋਨ ਸ਼ਾਰਕਸ ਦੀ ਗੱਲ ਕੀਤੀ ਹੈਗੀ ਆ, ਉਹ ਆਮ ਬੰਦਾ ਲੋਨ ਸ਼ਾਰਕ ਨਹੀਂ ਜਾਂਦਾ ਹੈਗਾ। ਉਹ ਲੋਕ ਜਾਂਦੇ ਨੇ ਜਿਹੜੇ ਜ਼ਿਆਦਾ ਗਰੀਬ ਹੁੰਦੇ ਨੇ, ਜਿਨ੍ਹਾਂ ਕੋਲ ਕੋਈ ਕ੍ਰੈਡਿਟ ਹਿਸਟਰੀ ਨਹੀਂ, ਜਿਨ੍ਹਾਂ ਨੂੰ ਬੈਂਕ ਅਕਾਊਂਟ ਵੀ ਨਹੀਂ ਕਈ ਵਾਰ ਖੋਲ੍ਹ ਸਕਦੇ ਹੈਗੇ। ਉਹਨਾਂ ਕੋਲ ਚਾਰਾ ਨਹੀਂ ਹੁੰਦਾ, ਆਪਣੀ ਡੈਸਪਰੇਸ਼ਨ ਦੇ ਵਿੱਚ ਵੀ ਜਦੋਂ ਬਿਲਕੁਲ ਹੀ ਪੈਸਾ ਨਹੀਂ ਰਹਿ ਗਿਆ, ਕੁਛ ਵੀ ਨਹੀਂ ਹੈਗਾ, ਚਲੋ ਯਾਰ ਜਾਂ ਮੈਨੂੰ ਤਨਖਾਹ ਮਿਲ ਜਾਣੀ ਆ, ਜਾਂ ਮੈਨੂੰ ਸ਼ਾਇਦ ਕੋਈ ਮਿਲ ਜਾਵੇ, ਕੋਈ ਛੋਟਾ ਜਿਹਾ ਬੈਨੀਫਿਟ ਮਿਲ ਜਾਵੇ, ਅਤੇ ਉਹਦੇ ਮਿਲਣ ਤੱਕ ਮੈਂ ਨਾ ਥੋੜ੍ਹਾ ਜਿਹਾ ਮਤਲਬ ਬੇਸਿਕਲੀ ਜਿਨ੍ਹਾਂ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ ਕਿ ਇੱਕ ਐਸੀ ਸ਼ਿਕੰਜੀ ਹੈ ਜੇ ਤੁਸੀਂ ਇੱਕ ਫਸ ਗਏ ਨਾ, ਤੁਸੀਂ ਨਿਕਲ ਨਹੀਂ ਸਕਦੇ ਹੈਗੇ। ਲੇਕਿਨ ਭਗਵਾਨ ਜੀ, ਇੱਕ ਵੱਡੀ ਵੀ ਗੱਲ ਹੈਗੀ ਹੈ ਕਿ ਜਿਹੜੇ ਸਾਡਾ ਮੀਡੀਆ ਉਹ ਸਾਨੂੰ ਇੱਕੋ ਤਰਫ ਦੀ ਮਤਲਬ ਗੱਲ ਦੱਸਦਾ ਹੈਗਾ, ਠੀਕ ਹੈ। ਉਹ ਗੱਲ ਇਹ ਹੈਗੀ ਹੈ ਕਿ ਸਰਕਾਰ ਕਹਿੰਦੀ ਵੀ ਹਾਂ ਅਸੀਂ ਕੁਛ ਨਹੀਂ ਕਰ ਸਕਦੇ ਹੈਗੇ, ਇਨਫਲੇਸ਼ਨ ਹੋ ਗਈ, ਅਸੀਂ ਕੁਛ ਨਹੀਂ ਕਰ ਸਕਦੇ, ਆਪਣੀ ਤੁਸੀਂ ਜਿਹਨਾਂ ਕਹਿੰਦੇ ਨਾ ਆਪਣੀ ਬੈਲਟ ਆਪਣੀ ਟਾਈਟਨ ਕਰੋ। ਐਕਚੁਅਲੀ ਤੁਸੀਂ ਯੂਰਪੀਅਨ ਮੁਲਕਾਂ ਦੇ ਵਿੱਚ ਦੇਖੋ, ਇਹ ਫਰਾਂਸ ਨੇ ਕੀਤਾ, ਜਰਮਨੀ ਨੇ ਵੀ ਕੀਤਾ, ਹੋਰ ਕਾਫੀ ਮੁਲਕਾਂ ਨੇ ਵੀ ਕੀਤਾ। ਜਦੋਂ ਪਿਛਲੇ ਸਾਲ ਜਦੋਂ ਗੈਸ ਦੇ, ਬਿਜਲੀ ਦੇ ਜਦੋਂ ਕੀਮਤਾਂ ਵੱਧ ਗਈਆਂ, ਫਰਾਂਸ ਵਾਸ ਦਾ ਫਸਟ ਕੰਟਰੀ, ਫਰਾਂਸ ਨੇ ਲੈਜਿਸਲੇਸ਼ਨ ਲਿਆਇਆ ਕਿ ਤੁਸੀਂ ਜਿਹੜੀ ਕੰਪਨੀਆਂ ਨੂੰ ਕਿਹਾ ਕਿ ਇੱਕ ਲਿਮਿਟ ਹੈ, ਇੱਥੇ ਤੱਕ ਤੁਸੀਂ ਮਤਲਬ ਪ੍ਰਾਈਸ ਰਾਈਜ਼ ਕਰ ਸਕਦੇ, ਇਸ ਤੋਂ ਬਾਅਦ ਤੁਸੀਂ ਜਾ ਨਹੀਂ ਸਕਦੇ ਹੈਗੇ। ਸਾਡੀ ਸਰਕਾਰ ਨਹੀਂ ਕਰਦੀ ਹੈਗੀ, ਥੋੜ੍ਹਾ ਜਿਹਾ ਕੀਤਾ ਹੈਗਾ ਲੇਕਿਨ ਇੰਨਾ ਜ਼ਿਆਦਾ ਨਹੀਂ ਕਰ ਸਕਦੀ। ਦੂਜੀ ਹੈ ਕਿ ਤੁਸੀਂ ਜਿਸ ਤਰ੍ਹਾਂ ਤੁਸੀਂ ਰੈਗੂਲੇਟ ਕਰ ਸਕਦੇ, ਪ੍ਰਾਈਸ ਰੈਗੂਲੇਟ ਕਰ ਸਕਦੇ। ਹੁਣ ਜੋ ਸਭ ਤੋਂ ਵੱਡਾ ਜਿਹੜਾ ਲੋਕਾਂ 'ਤੇ ਜਿਹੜਾ ਅਤਿਆਚਾਰ ਹੋ ਰਿਹਾ ਨਾ, ਕਿ ਜਿਹੜੀਆਂ ਘਰੇਲੂ ਚੀਜ਼ਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਸੀਰੀਅਸਲੀ ਕਿ ਆਪਣੇ ਘਰ ਦੀ ਸ਼ਾਪਿੰਗ ਮੈਂ ਕਰਦਾ ਹੈਗਾ, ਕਿ ਜਿਹੜੀਆਂ ਘਰੇਲੂ ਚੀਜ਼ਾਂ, ਜਿਹੜਾ ਰਾਸ਼ਨ ਪਾਣੀ ਹੈ, ਜੇ ਤੁਸੀਂ ਉਹੀ ਨਹੀਂ ਪੂਰਾ ਪਾ ਸਕਦੇ, ਜਿਹੜੀ ਸਭ ਤੋਂ ਵੱਡੀ ਲੋਕਾਂ ਦੇ ਅਤਿਆਚਾਰ ਉਹ ਹੈ ਕਿ ਆਪਣਾ ਜਿਹੜਾ ਰਾਸ਼ਨ ਪਾਣੀ ਹੈ ਨਾ, ਜਿਹੜਾ ਡੇਲੀ, ਜਿਹਨੂੰ ਆਪਾਂ ਕਹਿੰਦੇ ਡੇਲੀ ਨੀਡਸ, ਜਦੋਂ ਉਹ ਨਹੀਂ ਨਾ ਪੂਰੀਆਂ ਹੁੰਦੀਆਂ, ਉਹ ਤੁਸੀਂ ਪ੍ਰਾਈਸਿਸ ਸਰਕਾਰ ਗਵਰਨਮੈਂਟ ਰੈਗੂਲੇਟ ਕਰ ਸਕਦੀ ਹੈ। ਜੇ ਕਾਫੀ ਮੁਲਕ ਯੂਰਪੀਅਨ ਮੁਲਕ ਕਰਦੇ ਨੇ, ਅਸੀਂ ਕਰ ਸਕਦੇ ਹਾਂ। ਲੇਕਿਨ ਜੇ ਇਹ ਗਵਰਨਮੈਂਟ ਨਹੀਂ ਨਾ ਕਰਦੀ ਹੈਗੀ, ਇਹ ਇੱਕ ਪੋਲੀਟੀਕਲ ਡਿਸੀਜਨ ਹੈ, ਠੀਕ ਹੈ। ਇਹ ਗਵਰਨਮੈਂਟ ਦੇ ਪੋਲੀਟਿਕਸ ਹੈ ਕਿ ਅਸੀਂ ਸਬਸਿਡਾਈਜ਼ ਗਰੀਬਾਂ ਨੂੰ ਨਹੀਂ ਕਰਨਾ ਹੈਗਾ, ਆਮ ਲੋਕ ਨੂੰ ਨਹੀਂ ਕਰਨਾ। ਹਾਂ, ਇਹ ਗੱਲ ਹੈ ਕਿ ਅਮੀਰਾਂ ਨੂੰ ਸਬਸਿਡਾਈਜ਼ ਕਰਨਾ, ਕਿ ਜਿਹੜੇ ਅਮੀਰਾਂ ਦੇ ਜਿਹੜੇ ਟੈਕਸਿਸ ਨੇ ਉਹ ਲੋ ਹੀ ਰਹਿਣ ਹਮੇਸ਼ਾ,
ਠੀਕ ਹੈ। ਤੁਸੀਂ ਅਮੀਰਾਂ ਨੂੰ ਟੈਕਸ ਕਰ ਸਕਦੇ ਹੋ, ਲੇਕਿਨ ਅਮੀਰਾਂ ਨੂੰ ਜਾਣ ਕੇ ਗਵਰਨਮੈਂਟ ਨਹੀਂ ਟੈਕਸ ਕਰਦੀ ਹੈਗੀ। ਹਾਂ ਮੇਰੇ ਵੀਰੋ, ਮੇਰੇ ਭੈਣੋ, ਤੁਸੀਂ ਸਾਰਿਆਂ ਨੇ ਇਸ ਦੇ ਵਿੱਚੋਂ ਜਾਂ ਤੁਸੀਂ ਹੁਣ ਲੰਘ ਰਹੇ ਹੋਵੋਗੇ, ਜਿਹੜਾ ਬੈਂਕ ਲੋਨ ਹੈ, ਮੌਰਗੇਜ ਹੈ, ਉਹ ਦੇ ਰਹੇ ਹੋਵੋਗੇ ਜਾਂ ਤੁਸੀਂ ਦੇ ਚੁੱਕੇ ਹੋਵੋਗੇ। ਤੁਹਾਡੇ ਸਾਰਿਆਂ ਦੇ ਆਪਣੇ ਆਪਣੇ ਐਕਸਪੀਰੀਅੰਸ ਆ, ਜਿਹੜੀ ਟੈਲੀਫੋਨ ਲਾਈਨਾਂ ਖੁੱਲ੍ਹੀਆਂ ਨੇ, ਤੁਸੀਂ ਆਪਣੇ ਜਿਹੜੇ ਐਕਸਪੀਰੀਅੰਸ ਹੈ ਉਹਨੂੰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅਤੇ ਅਸੀਂ ਇਹ ਗੱਲ ਕਰਨੀ ਚਾਹੁੰਦੇ ਕਿ ਇਹ ਜਿਹੜਾ ਕੁਛ ਹੈਗਾ, ਇਸ ਦੇ ਵਿੱਚੋਂ ਇੱਕ ਆਮ ਆਦਮੀ ਕਿੱਦਾਂ ਨਿਕਲੇਗਾ, ਆਪਣੇ ਸੁਖਾਲੇ ਕਿੱਦਾਂ ਹੋਈਏ। ਉਹਦੇ ਵਿੱਚ ਇੱਕ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਊਗਾ, ਹੁਣ ਤੱਕ ਕੋਆਪ ਬੈਂਕ ਅਜੇ ਵੀ ਚੱਲ ਰਹੇ ਆ ਵਿੱਚ ਵੀ ਕੋਆਪ ਬੈਂਕ ਹੁੰਦਾ ਸੀ ਇੱਕ, ਜਿਹਨੂੰ ਲੋਕ ਰਲ ਕੇ ਚਲਾਉਂਦੇ ਸੀ, ਆਮ ਲੋਕ ਰਲ ਕੇ ਚਲਾਉਂਦੇ ਸੀ। ਕੋਆਪ ਮਾਰਕੀਟ ਹੁੰਦੀ ਸੀ ਉਹਨਾਂ ਦੀ ਆਪਣੀ, ਕੋਆਪ ਫਿਊਨਰਲ ਵਾਲੇ ਤੁਸੀਂ ਦੇਖੇ ਹੋਣੇ ਆ। ਸੋ ਇਸ ਤਰ੍ਹਾਂ ਜਿਹੜਾ ਉਹ ਜਿਹੜਾ ਸਿਸਟਮ ਸੀ ਲੋਕਾਂ ਦੇ ਲਈ, ਉਹ ਜਿਹੜਾ ਕੋਆਪ ਬਣੇ ਰਲ ਕੇ ਕੋਆਪਰੇਸ਼ਨ ਕਰਕੇ ਇੱਕ ਦੂਜੇ ਨਾਲ ਮੇਲ ਜੋਲ ਕਰਕੇ ਉਹਨਾਂ ਲੋਕਾਂ ਨੇ ਉਹ ਬੈਂਕ ਬਣਾਇਆ ਸੀ। ਉਹਦੇ ਲੋਨ ਲੈਂਦੇ ਸੀ, ਬੜੇ ਹਿਸਾਬ ਦਾ ਲੋਨ, ਬਿਲਕੁਲ ਉਹ ਬੈਂਕ ਚੱਲਦਾ ਰਹੇ। ਪ੍ਰੋਫਿਟ ਬਣਾਉਣ ਲਈ ਨਹੀਂ ਸੀ ਚਲਾਉਂਦੇ, ਲੋਕਾਂ ਨੂੰ ਮਦਦ ਕਰਨ ਲਈ ਬਣਾਉਂਦੇ ਸੀ। ਦੈਟਸ ਅ ਮੇਨ ਇਸ਼ੂ ਬਾਏ ਦ ਵੇ, ਕਿ ਉਹਨਾਂ 'ਚ ਉਹ ਨਾਨ ਪ੍ਰੋਫਿਟ ਸੀਗੇ। ਹਾਂਜੀ, ਨਾਨ ਪ੍ਰੋਫਿਟ ਸੀ। ਉਹ 'ਚ ਕੋਈ ਉਹ 'ਚ ਸ਼ੇਅਰ ਹੋਲਡਰ ਨਹੀਂ ਸੀ, ਕੋਈ ਉਹਦੇ ਵਿੱਚ ਸਟਾਕ ਹੋਲਡਰ ਨਹੀਂ ਸੀ। ਜਿੰਨਾ ਵੀ ਮੁਨਾਫਾ ਹੁੰਦਾ ਸੀ ਸਾਰਾ ਬੈਂਕ ਦੇ ਵਿੱਚ ਹੀ ਜਾਂਦਾ ਸੀਗਾ, ਉਹ ਲੋਕਾਂ ਦੇ ਭਲੇ ਲਈ। ਬਹੁਤ ਸਾਰੇ ਲੋਕਾਂ ਨੇ ਅਸਲ ਦੇ ਵਿੱਚ ਕੀ ਹੋਇਆ, ਇਹ ਬਹੁਤੀ ਪੁਰਾਣੀ ਗੱਲਾਂ ਨਹੀਂ, ਪਿਛਲੇ 40 ਸਾਲਾਂ ਦੇ ਵਿੱਚ ਜਿਹੜੇ ਕੋਆਪ ਬੈਂਕ ਬਿਲਡਿੰਗ ਸੁਸਾਇਟੀ ਸੀਗੀਆਂ, ਬਿਲਡਿੰਗ ਸੁਸਾਇਟੀਆਂ ਦਾ ਇੰਨਾ ਮੁਨਾਫਾ ਬਣਾਉਣ ਦਾ ਨਹੀਂ ਹੁੰਦਾ ਸੀ, ਪਰ ਹੁਣ ਅਲੱਗ ਆ ਅੱਗੇ ਨਾਲੋਂ। ਪਰ ਉਹ ਵੀ ਬੈਂਕਾਂ ਨਾਲੋਂ ਫਿਰ ਵੀ ਤੁਸੀਂ ਉਹਨਾਂ ਦੇ ਕੋਲੋਂ ਘੱਟ ਫਾਇਦੇ ਇੰਟਰਸਟ ਲੈਂਦੇ ਸੀ, ਉਹਦੇ ਫਾਇਦੇ ਸੀ, ਉਹਦੇ ਨਾਲ ਤੁਹਾਨੂੰ ਨੁਕਸਾਨ ਘੱਟ ਸੀਗੇ ਜਿੰਨੇ ਹੁਣ ਬੈਂਕਾਂ ਨਾਲ ਹੈਗੇ ਆ। ਅਤੇ ਇਹ ਜਿਹੜਾ ਸਾਰਾ ਕੁਛ ਹੈਗਾ, ਜਿਹੜਾ ਉਹ ਇੱਕ ਜਿਹੜੀ ਭਾਵਨਾ ਸੀ ਬਈ ਲੋਕਾਂ ਦੇ ਪੈਸੇ, ਲੋਕਾਂ ਦੇ ਲਈ ਕੋਈ ਵਿੱਚ ਪ੍ਰੋਫਿਟ ਨਹੀਂ, ਕੋਈ ਮੁਨਾਫਾ ਨਹੀਂ। ਹੁਣ ਇਹ ਜਿਹੜੀ ਭਾਵਨਾ ਨੂੰ ਖਤਮ ਕਰਨ ਲਈ ਉਹਨਾਂ ਦਾ ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਆ, ਖਾਸ ਕਰਕੇ ਜਿਹੜੇ ਲੋਕ ਜਿਹਨੂੰ ਅਸੀਂ ਪੰਜਾਬੀ 'ਚ ਰਾਈਟ ਸੱਜੇ ਪਾਸੇ ਵਾਲੇ ਕਹਿੰਦੇ ਆ, ਜਿਵੇਂ ਕਿ ਅੱਗੇ ਮੈਂ ਦੱਸਿਆ ਵੀ ਸੱਜੇ ਪਾਸੇ ਵਾਲੇ ਸੀ, ਉਹਨਾਂ ਨੂੰ ਕਹਿੰਦੇ ਇਹਨਾਂ ਨੂੰ ਲੋਕਾਂ ਦੇ ਹਿੱਤਾਂ ਨਾਲ ਕੋਈ ਮਤਲਬ ਨਹੀਂ ਹੁੰਦਾ, ਉਹਨਾਂ ਨੂੰ ਆਪਣੇ ਪ੍ਰੋਫਿਟ ਤੱਕ ਹੁੰਦਾ। ਜਿਹੜੀ ਇਸ ਟਾਈਮ ਦੁਨੀਆ ਦੇ ਵਿੱਚ ਉਹ ਲੋਕ ਭਾਰੂ ਨੇ ਜਿਹਨਾਂ ਨੂੰ ਲੋਕਾਂ ਤੱਕ ਮਤਲਬ ਨਹੀਂ ਹੈ, ਉਹਨਾਂ ਨੂੰ ਆਪਣੇ ਮੁਨਾਫੇ ਤੱਕ ਮਤਲਬ ਹੈ। ਇਹ ਵੱਡਾ ਹੈਗਾ। ਔਰ ਇਸ ਟਾਈਮ ਜਿਹੜੇ ਵਕਤ 'ਚੋਂ ਗੁਜ਼ਰਦੇ ਪਏ ਆ, ਇਹ ਤੁਹਾਡੇ ਲਈ ਬਹੁਤ ਹੀ ਖਤਰਨਾਕ ਹੈ, ਕਿਉਂਕਿ ਆਉਣ ਵਾਲਾ ਸਮਾਂ ਆ ਇੱਦਾਂ ਹੀ ਭੈੜਾ ਹੋਣਾ ਆ। ਕਿਉਂਕਿ ਜਿਉਂ ਤੁਹਾਡੀ ਜਿਹੜੀ ਆਪਾਂ ਪਹਿਲਾਂ ਕਰਦੇ, ਜਿਹੜੀ ਤੁਹਾਡੀ ਖਰੀਦ ਸ਼ਕਤੀ ਆ, ਤੁਹਾਡੀ ਬਾਇੰਗ ਪਾਵਰ ਹੈਗੀ ਆ, ਬਾਇੰਗ ਪਾਵਰ ਤੁਹਾਡੇ ਜਿਹੜੇ ਜੇਬ 'ਚ ਪੈਸੇ ਹੋਣਗੇ ਉਹਦੇ ਨਾਲ ਤੁਹਾਡੀ ਬਾਇੰਗ ਪਾਵਰ ਵੱਧਦੀ ਹੈ। ਜੇ ਤੁਹਾਡੇ ਬਚਦਾ ਸ਼ਾਮ ਨੂੰ ਕੁਛ ਨਹੀਂ, ਦਿਹਾੜੀ ਲਾ ਕੇ ਆਉਣੇ ਹੋ, ਉਹ ਆਹ ਦੇ, ਉਹ ਕਰ, ਉਹ ਕਰ, ਬੈਂਕ ਨੂੰ ਦਿੱਤਾ, ਬਿੱਲ ਦਿੱਤੇ, ਰੋਟੀ ਪਾਣੀ ਦਾ ਇੰਤਜ਼ਾਮ ਕੀਤਾ, ਉਸ ਮਗਰ ਤੁਹਾਡੇ ਕੋਲ ਕੁਛ ਵੀ ਨਹੀਂ ਬਚਦਾ ਹੈਗਾ। ਸੋ ਉਹਦੇ ਨਾਲ ਜ਼ਿੰਦਗੀ ਟਾਈਟ ਹੁੰਦੀ ਚਲੀ ਜਾਂਦੀ ਆ, ਉਹਦੇ ਨਾਲ ਡਿਪਰੈਸ਼ਨ ਵੱਧਦਾ, ਆਤਮ ਹੱਤਿਆਵਾਂ ਵੱਧਦੀਆਂ। ਹੁਣ ਤੁਸੀਂ ਦੇਖ ਲਓ ਆਹ ਕੁਛ ਇਹਦੇ ਨਾਲ ਲੋਕਾਂ ਦੀ ਜਿਹੜੀ ਮਾਨਸਿਕ ਹਾਲਤ ਆ, ਜਿਹੜੀ ਪਹਿਲਾਂ ਹੀ ਕਿਨਾਰੇ 'ਤੇ ਆਈ ਹੋਈ ਆ, ਉਹ ਹੋਰ ਕਿਨਾਰੇ 'ਤੇ ਚਲੇ ਜਾਣੀ ਆ। ਅਤੇ ਇਹ ਸਾਰਾ ਕੁਛ ਹੈਗਾ। ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਜਿਹੜੀ ਕ੍ਰੈਡਿਟ ਯੂਨੀਅਨ ਅਤੇ ਉਹਨਾਂ ਨਾਲ ਆ ਕੇ ਮਿਲੋ। ਜੇ ਤੁਸੀਂ ਕੋਈ ਤੁਹਾਡੇ ਵਿੱਚੋਂ ਕੋਈ ਜਿਹੜੀ ਸ਼ਾਰਕ ਲੋਨਸ ਨੇ ਉਹਦੇ ਜਵਾੜੇ 'ਚ ਫਸੇ ਹੋਏ ਆ, ਜਿਹੜੇ ਵਿਆਜੂ ਪੈਸੇ ਦੇਣ ਵਾਲੇ ਉਹਨਾਂ ਦੇ ਫਸੇ ਹੋਏ ਆ, ਤੁਸੀਂ ਸਟੇਟ ਵੇ ਪੈਸੇ ਦੇਣੇ ਬੰਦ ਕਰੋ ਅਤੇ ਜਾ ਕੇ ਇੱਥੇ ਕੈਬਸ ਹੈਗਾ, ਸਿਟੀਜ਼ਨ ਐਡਵਾਈਸ ਬਿਊਰੋ, ਉਹਨਾਂ ਨੂੰ ਮਿਲੋ, ਅਤੇ ਜਾਂ ਕੇ ਬੈਂਕ ਮੈਨੇਜਰ ਨੂੰ ਮਿਲੋ, ਬੈਂਕ ਵਾਲਿਆਂ ਨੂੰ ਮਿਲੋ। ਇਹ ਤਾਂ ਤੁਸੀਂ ਕਿਸੇ ਨਾਲ ਗੱਲ ਕਰੋਗੇ ਨਾ ਤਾਂ ਜਾ ਕੇ ਉਹਨਾਂ ਨੂੰ ਤੁਹਾਨੂੰ ਦੱਸਣਾ, ਕਿਉਂਕਿ ਜਿਹੜੇ ਵਿਆਜੂ ਪੈਸੇ ਦੇਣ ਵਾਲੇ ਹੈਗੇ, ਜਿਹੜੀ ਸ਼ਾਰਕਾਂ ਆ, ਇਹਨਾਂ ਨੂੰ ਇਹ ਪਤਾ ਹੁੰਦਾ ਜਿਹੜਾ ਬੰਦਾ ਸਾਡੇ ਕੋਲ ਆਇਆ ਹੈ ਬਹੁਤ ਬੁਰੀ ਤਰ੍ਹਾਂ ਫਸਿਆ ਹੋਇਆ। ਅਤੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹੁੰਦੇ ਆ ਵੀ ਨਾ ਮੈਂ ਭਰਾ ਨੂੰ ਦੱਸਣਾ, ਨਾ ਮਾਂ ਨੂੰ ਦੱਸਣਾ, ਸ਼ਰਮ ਆਉਂਦੀ ਨਾ। ਅਸੀਂ ਆਪਣੀ ਜਿਹੜੀ ਕਮਜ਼ੋਰੀ ਆ, ਜਿਹਦੇ ਵਿੱਚ ਅਸੀਂ ਬੈਡ ਕ੍ਰੈਡਿਟ ਕਰ ਲਿਆ ਆ, ਉਹ ਅਸੀਂ ਲੁਕਾਉਂਦੇ ਉਹਨਾਂ ਸ਼ਾਰਕਾਂ ਦੇ, ਉਹ ਵਿਆਜੂਆਂ ਦੇ ਪਾਸੇ ਫਸ ਜਾਂਦੇ ਆ। ਬੈਸਟ ਆ ਆਪਣੀ ਮਾਂ ਨਾਲ, ਆਪਣੀ ਭੈਣ ਨਾਲ, ਆਪਣੇ ਦੋਸਤ ਨਾਲ, ਰਿਸ਼ਤੇਦਾਰ ਨਾਲ ਗੱਲ ਕਰੋ ਕਿ ਮੇਰੇ ਹਾਲਤ ਆ ਬਣੀ ਆ, ਮੈਂ ਉਹਦੇ ਕੋਲ ਫਸਿਆ ਆ। ਇੰਨਾ ਰੋਜ਼ ਸਟ੍ਰੈਸ ਵਾਲੀ ਲਾਈਫ ਲੈ ਕੇ, ਇੰਨੀ ਦਬਾਅ 'ਚ ਰਹਿ ਕੇ ਸੋਣਾ, ਇਹ 'ਚ ਰਹਿਣਾ, ਉਹ ਤੁਹਾਡੇ ਲਈ ਚੰਗਾ ਗੱਲ ਨਹੀਂ ਹੈਗੀ। ਸੋ ਅਸੀਂ ਇਹ ਕਹਿੰਦੇ ਹਾਂ ਤੁਹਾਨੂੰ ਵੀ ਜੇ ਕਿਸੇ ਜ਼ਰੂਰ ਸਾਂਝੀ ਕਰੋ, ਬੈਂਕ ਮੈਨੇਜਰ ਨੂੰ ਮਿਲੋ ਕਿ ਹੋਰ ਨੂੰ ਮਿਲੋ, ਜਿਹੜੀ ਕਿ ਇੱਕ ਤੁਹਾਨੂੰ ਦੱਸਿਆ ਵੀ ਸਿਟੀਜ਼ਨ ਐਡਵਾਈਸ ਬਿਊਰੋ, ਜਿਹੜੀਆਂ ਹਜੇ ਅੱਗੇ ਤਾਂ ਕਾਫੀ ਹੁੰਦੀਆਂ ਸੀਗੀਆਂ, ਹੁਣ ਘੱਟ ਗਈਆਂ ਬਹੁਤ ਜ਼ਿਆਦਾ, ਪਰ ਫਿਰ ਵੀ ਟਾਮੀਆਂ ਹਰੇਕ ਸ਼ਹਿਰ 'ਚ ਹੈਗੇ ਆ। ਉਹਨਾਂ ਨੂੰ ਜਾ ਕੇ ਗੱਲ ਕਰੋ ਕਿ ਮੇਰੇ ਨਾਲ ਇਸ ਤਰ੍ਹਾਂ ਹੁੰਦੀ ਪਈ ਆ। ਅਤੇ ਜਿਹੜੇ ਹੈਗੇ ਨੇ ਵਿਆਜੂ ਪੈਸੇ ਦੇਣ ਵਾਲੇ ਜਿਹੜੀ ਸ਼ਾਰਕਾਂ ਆ, ਉਹ ਇੱਥੇ ਤੱਕ ਤੁਹਾਨੂੰ ਸੈੱਟ ਕਰਦੇ ਵੀ ਤੁਹਾਡੇ ਘਰ ਆਵਾਂਗੇ, ਤੁਹਾਡਾ ਫਰਨੀਚਰ ਚੱਕ ਕੇ ਲੈ ਜਾਣਾ, ਤੁਹਾਨੂੰ ਬਾਹਰ ਆਉਂਦੇ ਪਿੱਛੇ ਤੁਹਾਡੇ ਕਾਰਾਂ ਲਾਉਂਦੇ ਨੇ, ਉਹ ਤੁਹਾਡੇ ਵਿੰਡੋ ਤੋੜਦੇ ਨੇ, ਤੁਹਾਨੂੰ ਬੁਲਿੰਗ ਕਰਦੇ ਨੇ ਉਹ। ਸੋ ਇਹ ਸਾਰਾ ਕੁਝ ਹੈਗਾ, ਉਹ ਇਲੀਗਲ ਹੈ, ਦੈਟਸ ਇਲੀਗਲ। ਅਤੇ ਇਹ ਹੈਗਾ। ਅਤੇ ਜਿਹੜੀ ਸਾਡੇ ਲਈ ਸਭ ਤੋਂ ਵੱਡਾ ਇੱਕ ਲੈਸਨ ਹੈਗਾ
ਮੈਂ ਜਿਹੜੀ ਗੱਲ ਬਹੁਤ ਜ਼ਰੂਰੀ ਚਾਹੁੰਦਾ ਕਰਨੀ ਉਹ ਹੈ ਕਿ ਜਿਹੜੇ ਲੋਕ ਇਸ ਟਾਈਮ ਇਹਨਾਂ ਸ਼ਾਰਕਾਂ ਕੋਲ ਫਸੇ ਨੇ ਉਹਨਾਂ ਦੇ ਵਿੱਚ ਇੱਕ ਵੱਡਾ ਕਾਰਨ ਹੈ ਉਹਨਾਂ ਦਾ ਬੈਡ ਕ੍ਰੈਡਿਟ, ਪੂਰ ਕ੍ਰੈਡਿਟ। ਜਿਹੜਾ ਬੈਂਕ ਹਿਸਟਰੀ ਆ ਪੈਸੇ ਦੀ ਲੈਣ ਦੇਣ ਦੀ ਬੈਂਕਾਂ ਨਾਲ, ਉਹਨਾਂ ਦੀ ਜਿਹੜੀ ਹਿਸਟਰੀ ਆ ਉਹ 'ਚ ਉਹਨਾਂ ਦਾ ਨੰਬਰ ਘੱਟ ਨੇ, ਉਹਨਾਂ ਦੀ ਬੈਡ ਹਿਸਟਰੀ ਕਹਾਉਂਦੀ ਆ, ਉਹਨਾਂ ਦਾ ਚੰਗਾ ਨਹੀਂ ਹੈ, ਉਹ ਅਕਾਊਂਟ ਵੀ ਨਹੀਂ ਖੋਲ ਸਕਦੇ। ਹਾਂਜੀ, ਔਰ ਉਹ ਜਦੋਂ ਤੁਹਾਡਾ ਬੈਡ ਕ੍ਰੈਡਿਟ ਹੋ ਗਿਆ ਤਾਂ ਉਦੋਂ ਫਿਰ ਬੈਂਕ ਤੁਹਾਨੂੰ ਪੈਸੇ ਨਹੀਂ ਦਿੰਦਾ। ਤੇ ਬੈਡ ਕ੍ਰੈਡਿਟ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਬੈਡ ਕ੍ਰੈਡਿਟ ਕਿੱਦਾਂ ਹੋ ਜਾਂਦਾ ਤੁਹਾਡਾ। ਤੁਸੀਂ ਕਿਤੇ 10 ਪਾਉਂਡ ਖਰਚੇ ਆ ਨਾ ਕਿਤੇ, ਤੇ ਹੁਣ ਦੇਣਾ ਭੁੱਲ ਗਏ, ਤੇ ਤੁਸੀਂ ਘਰ ਚੇਂਜ ਕਰ ਲਿਆ ਜਾਂ ਕੁਝ ਹੋਰ ਹੋ ਗਿਆ, ਤੇ ਤੁਹਾਨੂੰ ਚਿੱਠੀਆਂ ਉੱਥੇ ਆਉਂਦੀਆਂ ਰਹੀਆਂ, ਤੁਸੀਂ ਚਿੱਠੀ ਦਾ ਜਵਾਬ ਨਹੀਂ ਦਿੱਤੇ, 10 ਪਾਉਂਡ ਤੁਹਾਡੇ ਲਈ ਕੁਝ ਨਹੀਂ ਹੁੰਦੇ। ਪਰ ਉਹ 10 ਪਾਉਂਡ ਨਾਲ ਜੇ ਉਹਨੂੰ ਨਾ ਔਨ ਟਾਈਮ 'ਤੇ ਮੁੜੇ, ਤੁਹਾਡਾ ਬੈਡ ਕ੍ਰੈਡਿਟ ਹੋ ਜਾਂਦਾ। ਹਾਂ, 10 ਪਾਉਂਡ ਤੁਹਾਨੂੰ ਤੁਹਾਡੀ ਮੋਰਗੇਜ ਲੈਣ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਖੜੀਆਂ ਕਰ ਸਕਦਾ ਆ। ਤੇ ਉਹ ਇਹ ਅੱਗੇ ਨੂੰ ਹਮੇਸ਼ਾ ਖਿਆਲ ਰੱਖੋ, ਕਿਤੇ ਵੀ ਪੈਸੇ ਤੁਸੀਂ ਖਰਚੇ ਆ ਤੇ ਉਹ ਜ਼ਰੂਰ ਮੋੜੋ ਬੈਂਕ ਨੂੰ। ਹਾਂਜੀ, ਅੱਛਾ, ਇਹ ਐਕਚੁਅਲੀ ਬਹੁਤ ਜਿਹੜਾ ਤੁਸੀਂ ਪੁਆਇੰਟ ਕੀਤਾ ਨਾ ਭਗਵਾਨ ਜੀ, ਇਹ ਬਹੁਤ ਗੂੜਾ ਪੁਆਇੰਟ ਹੈ ਕਿ ਕਈ ਲੋਕ ਦੇਖੋ, ਹੁਣ ਕਈ ਲੋਕਾਂ ਨੂੰ ਜਿਹਨਾਂ ਦੀ ਕ੍ਰੈਡਿਟ ਹਿਸਟਰੀ ਹੈ ਇਹੋ ਜਿਹੀ ਹੈ, ਜਾਂ ਉਹ ਬੈਂਕ ਉਹਨਾਂ ਜੇ ਸਪੋਜ਼ ਕਰੋ, ਮੈਂ ਤੁਹਾਨੂੰ ਦੱਸਦਾ ਉਦਾਹਰਨ ਤੌਰ 'ਤੇ ਕਿ ਤੁਹਾਡੇ ਕੋਲ ਪੈਸੇ ਤੁਸੀਂ ਮੌਰਗੇਜ ਲੈਣੀ ਚਾਹੁੰਦੇ ਹੈਗੇ, ਠੀਕ ਹੈ। ਹੁਣ ਲੋਕ ਜਦ ਬੈਂਕਾਂ ਕੋਲ ਜਾਂਦੇ ਨੇ, ਬੈਂਕ ਕਹਿੰਦੇ ਜੀ ਨਹੀਂ, ਤੁਸੀਂ ਜਾਂ ਇੰਨਾ ਡਿਪੋਜ਼ਿਟ ਲੈ ਕੇ ਆਓ ਜਾਂ ਇੰਨੇ ਪੈਸੇ ਲੈ ਕੇ ਆਓ, ਤੁਹਾਡੀ ਬੈਂਕ ਹਿਸਟਰੀ ਚੰਗੀ, ਤੁਹਾਡੀ ਕ੍ਰੈਡਿਟ ਹਿਸਟਰੀ ਚੰਗੀ ਨਹੀਂ। ਲੋਕ ਦੁਖੀ ਹੋ ਕੇ ਆਪਣੇ ਜਿਹੜੇ ਅਸੀਂ ਸਾਰੇ ਜਾਣਦੇ ਇਹੋ ਜਿਹੇ ਜਿਹੜੇ ਇੰਸ਼ੋਰੈਂਸ ਬ੍ਰੋਕਰ, ਜਿਹੜੇ ਮੌਰਗੇਜ ਬ੍ਰੋਕਰ, ਜਿਹੜੇ ਪ੍ਰਾਈਵੇਟ ਮੌਰਗੇਜ ਬ੍ਰੋਕਰ ਨੇ, ਉਹ ਕੀ ਤੁਹਾਨੂੰ ਕਹਿੰਦੇ ਹਾਂ ਅਸੀਂ ਤੁਹਾਨੂੰ ਮੌਰਗੇਜ ਲੈ ਦਿੰਦੇ ਹਾਂ, ਲੇਕਿਨ ਉਹ ਜਿਹੜੀ ਮੌਰਗੇਜ ਹੈ ਉਹ ਵੀ ਇੱਕ ਟਰੈਪ ਹੈ, ਠੀਕ ਹੈ। ਉਹ ਕਿਉਂਕਿ ਜਿਹੜਾ ਉਹਨਾਂ ਦਾ ਇੰਟਰਸਟ ਰੇਟ ਆ, ਉਹਨਾਂ ਦਾ ਬੈਂਕ ਨਾਲੋਂ ਸ਼ੁਰੂ ਤੋਂ ਹੀ ਉਹਨਾਂ ਦਾ ਇੰਟਰਸਟ ਰੇਟ ਆ ਉਹਨਾਂ ਦਾ ਬੈਂਕ ਤੋਂ ਹਾਈ ਹੈ, ਬਿਲਡਿੰਗ ਸਾਈਟ ਤੋਂ ਹਾਈ ਹੈ। ਸੋ ਉਹ ਜੇ ਸ਼ਿਕੰਜੇ ਦੇ ਵਿੱਚ ਵੀ ਕਦੀ ਨਾ ਪੈਣ ਦੀ ਕੋਸ਼ਿਸ਼ ਕਰੋ ਕਿ ਆਪਣੀ ਡੈਸਪਰੇਸ਼ਨ ਹੈ, ਠੀਕ ਹੈ, ਲੇਕਿਨ ਜੋ ਤੁਸੀਂ ਉਹਨਾਂ ਕੋਲ ਜਾਓਗੇ, ਤੁਸੀਂ ਜ਼ਿਆਦਾ ਸਾਰੀ ਉਮਰ ਵਿੱਚ ਅਗਲੇ 15-25 ਸਾਲ ਤੁਸੀਂ ਜ਼ਿਆਦਾ ਹੀ ਪੈਸੇ ਦਿੰਦੇ ਰਹੋਗੇ। ਇਹ ਵੀ ਬਹੁਤ ਵੱਡਾ ਟਰੈਪ ਹੈ। ਹਾਂ ਦੋਸਤੋ, ਕਿਉਂਕਿ ਅਸੀਂ ਇਸ ਜਿਹੜੀ ਬਿਲਡਿੰਗ ਇੰਡਸਟਰੀ ਇਹਦੇ ਵਿੱਚ ਕੰਮ ਕੀਤੇ ਨੇ ਜਾਂ ਕਰਦੇ ਪਏ ਹਾਂ ਅਜੇ ਵੀ, ਤੇ ਜਿਹੜਾ ਅਸੀਂ ਦੇਖਦੇ ਹਾਂ ਜਿਹੜੇ ਲੋਕ ਕਿਰਾਏ 'ਤੇ ਘਰ ਲਏ ਹੋਏ ਨੇ, ਉਹਨਾਂ ਵਿੱਚੋਂ ਬਹੁਤਿਆਂ ਦਾ ਇਹੀ ਕਾਰਨ ਹੈ ਬੈਡ ਕ੍ਰੈਡਿਟ ਹੈ। ਉਹ ਸਾਰੀ ਉਮਰ ਉਹ ਲੈਂਡਲੋਰਡ ਨੂੰ ਜਿਹੜੀ ਉਹਨਾਂ ਦੀ ਕਿਸ਼ਤ ਹੁੰਦੀ ਹੈ ਨਾ, ਘਰ ਖਰੀਦਣ ਦੀ ਕਿਸ਼ਤ, ਉਹਦੇ ਨਾਲੋਂ ਜ਼ਿਆਦਾ ਕਿਰਾਇਆ ਉਹ ਲੈਂਡਲੋਰਡ ਨੂੰ ਦਿੰਦੇ ਪਏ ਨੇ। ਇੰਨੀ ਮਹਿੰਗੀ ਪੈਂਦੀ ਹੈ ਜਿਹੜੀ ਬੈਡ ਕ੍ਰੈਡਿਟ ਆ ਤੁਹਾਡਾ, ਉਹ ਇੰਨਾ ਮਹਿੰਗਾ ਪੈਂਦਾ ਤੁਹਾਨੂੰ, ਕਿਤੇ 100 ਪਾਉਂਡ 10 ਪਾਉਂਡ ਤੁਹਾਨੂੰ 10 ਪਾਉਂਡ ਪਿੱਛੇ ਵੀ ਮੈਨੂੰ ਪਤਾ ਲੋਕਾਂ ਦੇ ਬੈਡ ਕ੍ਰੈਡਿਟ ਹੋਏ ਨੇ, ਮੁੜ ਕੇ ਉਹ ਕਈ ਸਾਲ ਲੱਗ ਜਾਂਦੇ ਨੇ, 5-5 6-6 ਸਾਲ ਲੱਗ ਜਾਂਦੇ ਆ। ਉਹਨਾਂ ਦੀ ਲਿਮਿਟ ਹਰੇਕ ਬੈਂਕ ਦੀ ਲਿਮਿਟ ਹੈ ਵੀ ਇੰਨੇ ਚਿਰ ਮਗਰੋਂ ਤੁਹਾਡਾ ਬੈਡ ਕ੍ਰੈਡਿਟ ਜਿੰਨੀ ਛੇਤੀ ਹੁੰਦਾ ਉਹ ਸਾਫ਼ ਕਰੋ, ਜਿੰਨੀ ਛੇਤੀ ਹੁੰਦਾ ਉਹਨੂੰ ਨਿਬੇੜੋ, ਤੇ ਤੁਸੀਂ ਅੱਗੇ ਨੂੰ ਜਿਹੜਾ ਲੋਨ ਹੈ ਬੈਂਕਾਂ ਕੋਲੋਂ ਲੈ ਸਕਦੇ ਹੋ, ਜਿਹੜਾ ਇੱਕ ਚੰਗਾ ਤਰੀਕਾ ਹੈਗਾ ਆ। ਸੋ ਇਹ ਗੱਲਾਂ ਤੋਂ ਤੁਸੀਂ ਬਹੁਤ ਧਿਆਨ ਰੱਖੋ ਜਿਹੜਾ ਕਿ ਤੁਹਾਡੇ ਲਈ ਆ। ਅਸੀਂ ਤੁਹਾਡੇ ਮੈਂ ਦੱਸਿਆ ਕਿ ਜਿਹੜੀ ਲੈਂਡਲਾਈਨ ਸਾਡੀਆਂ ਖੁੱਲ੍ਹੀਆਂ ਨੇ, ਤੁਸੀਂ ਸਾਨੂੰ ਆਪਣੇ ਵਿਚਾਰ ਦੱਸ ਸਕਦੇ ਹੋ, ਸਾਡੇ ਨਾਲ ਵਿਚਾਰ ਮਿਲਦੇ ਆ ਜਾਂ ਨਹੀਂ ਮਿਲਦੇ, ਤੇ ਜਾਂ ਸਾਨੂੰ ਸੁਜੈਸਟ ਕਰਨਾ ਚਾਹੁੰਦੇ ਹੋ ਕੁਛ ਅਸੀਂ ਗੱਲ ਗਲਤ ਕਹੀ ਹੈ, ਤੇ ਜਾਂ ਤੁਸੀਂ ਉਹਨੂੰ ਹੋਰ ਵਧਾ ਕੇ ਗੱਲ ਕਰਨੀ ਚਾਹੁੰਦੇ ਸਾਡੇ ਨਾਲ ਵਧੀਆ ਕਰ ਸਕਦੇ ਹੋ, ਜ਼ਰੂਰ ਕਰੋ ਸਾਡੇ ਨਾਲ ਗੱਲ। ਕਿਉਂਕਿ ਸਾਡਾ ਟੈਲੀਫੋਨ ਨੰਬਰ ਹੈਗਾ 03 00 77 02 246। ਇਹਦੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ ਜੀ। ਅੱਛਾ ਦੇਖੋ, ਮੈਂ ਹੁਣ ਆਪਾਂ ਡਿਸਕਸ਼ਨ ਕਰ ਰਹੇ ਹਾਂ, ਮੈਂ ਇੱਕ ਇਹ ਵੀ ਗੱਲ ਵੀ ਸੈਟਲ ਕਰਨੀ ਚਾਹੁੰਦਾ ਹਾਂ ਕਿ ਬੜੀ ਵੱਡੀ ਅਫਵਾਹ, ਤੁਸੀਂ ਜਦੋਂ ਮੇਰੇ ਵਰਗਾ ਇਹੋ ਜਿਹੇ ਪ੍ਰੋਗਰਾਮ 'ਤੇ ਹੁੰਦਾ ਨਾ, ਰਿਸਰਚ ਕਰਕੇ ਆਉਂਦੇ ਆ, ਠੀਕ ਹੈ। ਜਦੋਂ ਮੈਂ ਰਿਸਰਚ ਕੀਤਾ, ਮੈਂ ਨੋਟਿਸ ਕਰਦਾ ਹੈਗਾ ਕਿ ਇਹਦੇ ਵਿੱਚ ਨਾ ਇੱਕੋ ਹੀ ਮਤਲਬ ਜਿਹੜਾ ਨੁਸਖਾ ਸਾਰਿਆਂ ਦਾ ਇੱਕੋ ਹੀ ਹੈ, ਜਿਹੜਾ ਕਸੂਰ ਹੈ ਉਹ ਵੀ ਇੱਕੋ ਹੀ ਹੈ। ਸਾਰਾ ਮੀਡੀਆ ਤੁਸੀਂ ਇੰਟਰਨੈਟ 'ਤੇ ਦੇਖੋ, ਅਖਬਾਰਾਂ 'ਚ ਦੇਖੋ, ਟੈਲੀਵਿਜ਼ਨ 'ਤੇ ਦੇਖੋ, ਸਾਰੇ ਕਹਿੰਦੇ ਜੀ ਹਾਂ ਵੀ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਨਾ, ਜਿਹੜੀਆਂ ਤਨਖਾਹਾਂ ਨਹੀਂ ਵਧਣੀਆਂ ਚਾਹੀਦੀਆਂ, ਲੋਕਾਂ ਦੀਆਂ ਤਨਖਾਹਾਂ ਘੱਟ ਹੋਣੀਆਂ ਚਾਹੀਦੀਆਂ। ਇਹ ਅਸੀਂ ਸਾਰੇ ਮੰਨ ਵੀ ਜਾਂਦੇ ਹਾਂ ਕਈ ਵਾਰ, ਕਿਉਂਕਿ ਇੱਕ ਕਹਾਵਤ ਹੈ ਇੰਗਲਿਸ਼ ਦੇ ਵਿੱਚ ਕਿ ਜੇ ਤੁਸੀਂ ਝੂਠ ਬੋਲੀ ਜਾਓ ਨਾ, ਇੱਕ ਉਹ ਵੀ ਟਾਈਮ ਹੁੰਦਾ ਕਿ ਲੋਕ ਤੁਹਾਡੇ ਝੂਠ ਨੂੰ ਵੀ ਸੱਚ ਮੰਨਣਾ ਸ਼ੁਰੂ ਕਰ ਦਿੰਦੇ ਨੇ। ਪੰਜਾਬੀ ਕਹਿੰਦੇ 100 ਵਾਰ ਝੂਠ ਬੋਲਿਆ ਉਹ ਅਖੀਰ ਸੱਚ ਹੋ ਜਾਂਦਾ। ਸੋ ਇਹ ਬੜੀ ਝੂਠੀ ਗੱਲ ਹੈ ਕਿ ਜਿਹੜੀ ਵੇਜ ਰਾਈਜ਼ਸ, ਜਿਸ ਨੂੰ ਅਸੀਂ ਇੰਗਲਿਸ਼ ਕਹਿੰਦੇ ਵੇਜ ਰਾਈਜ਼ਸ, ਕਿ ਲੋਕਾਂ ਦੀਆਂ ਤਨਖਾਹਾਂ ਵਧਣ, ਕਿ ਇਹਦੇ ਨਾਲ ਇਨਫਲੇਸ਼ਨ ਵੱਧਦੀ ਹੈ, ਇਹ ਬੜੀ ਝੂਠੀ ਗੱਲ ਹੈ। ਜਿਹੜੀ ਇਨਫਲੇਸ਼ਨ ਵੱਧਦੀ ਹੈ ਉਹ ਇਸ ਲਈ ਵੱਧਦੀ ਹੈ ਕਿ ਜਿਹੜਾ ਸਰਮਾਏਦਾਰ ਹੈ
ਉਹਨੇ ਆਪਣੇ ਪ੍ਰੋਫਿਟ ਘੱਟ ਨਹੀਂ ਹੋਣੇ, ਆਪਣੇ ਪ੍ਰੋਫਿਟ ਉਹਨੇ ਵਧਾਈ ਜਾਣੇ ਆ। ਉਹਦੇ ਲਈ ਜਿਹੜਾ ਪ੍ਰੋਫਿਟ ਹੈ ਨਾ, ਜਿਹੜਾ ਪ੍ਰੋਫਿਟ ਮੋਟਿਵ ਹੈ ਜਿਹੜਾ, ਦੈਟ ਇਜ਼ ਦ ਸਿੰਪਲੈਸਟ ਥਿੰਗ ਕਿ ਉਹਨੂੰ ਚਾਹੀਦਾ ਕਿ ਮੇਰਾ ਜਿਹੜਾ ਮੁਨਾਫਾ, ਮੇਰਾ ਜਿਹੜਾ ਪ੍ਰੋਫਿਟ ਵਧ ਜਾਵੇ। ਸੋ ਜਦੋਂ ਇਨਫਲੇਸ਼ਨ ਹੁੰਦੀ ਹੈ, ਇਨਫਲੇਸ਼ਨ ਕਦੇ ਵੀ ਨਹੀਂ ਹੁੰਦੀ ਕਿ ਤੁਹਾਡੀ ਜਿਹੜੀ ਵੇਜ, ਆਫਟਰ ਆਲ ਕਿ ਜੇ ਤੁਹਾਨੂੰ ਸਪੋਜ਼ ਕਰੋ ਕਿ ਤੁਸੀਂ EMPLOYE ਹੋ ਕਿਤੇ, ਤੁਹਾਨੂੰ ਵੇਜ ਰਾਈਜ਼ ਮਿਲੀ ਹੈ, ਉਹ ਤੁਸੀਂ ਵੇਜ ਰਾਈਜ਼ ਨੂੰ ਕੀ ਕਰਨਾ, ਉਹ ਤੁਸੀਂ ਖਰਚੋਗੇ ਜਾ ਕੇ ਨਾ, ਤੇ ਸੋਸਾਇਟੀ ਦੀ ਜਿਹੜੀ ਇਕਨੋਮਿਕ ਐਕਟੀਵਿਟੀ ਹੈ ਉਹ ਵੱਧਦੀ ਹੈਗੀ ਹੈ, ਗਰੋਥ ਹੁੰਦੀ ਹੈ, ਠੀਕ ਹੈ ਨਾ। ਸੋ ਇਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ ਕਿ ਆਮ ਇਨਸਾਨ ਜਦੋਂ ਵੇਜ ਰਾਈਜ਼ ਜਦੋਂ ਮੰਗਦਾ ਨਾ ਕਿ ਮੇਰੀ ਤਨਖਾਹ ਵਧਾਵੋ, ਕਿ ਉਹਦੇ ਨਾਲ ਇਨਫਲੇਸ਼ਨ ਵੱਧਦੀ ਹੈ। ਇਹ ਬਿਲਕੁਲ ਝੂਠ ਹੈ। ਇਨਫਲੇਸ਼ਨ ਉਦੋਂ ਵੱਧਦੀ ਹੈ ਜਦੋਂ ਸਰਮਾਏਦਾਰ ਕਹਿੰਦਾ ਕਿ ਤੁਹਾਡੀ ਐਸੀ ਤੈਸੀ, ਮੈਂ ਤਾਂ ਆਪਣਾ ਮੁਨਾਫਾ ਬਣਾਉਣਾ ਹੈਗਾ। ਅਸੀਂ ਇਹ ਗੱਲ ਦੇ ਪੱਖ 'ਚ ਹਾਂ ਕਿ ਨਾ ਤਾਂ ਮਹਿੰਗਾਈ ਵਧੇ ਤੇ ਨਾ ਹੀ ਬੇਚੀਜ਼ ਵਧਣ, ਪਰ ਜੇ ਮਹਿੰਗਾਈ ਵਧਣੀ ਆ ਉਹ ਹਿਸਾਬ ਨਾਲ ਉਹਨਾਂ ਦੀਆਂ ਲੋਕਾਂ ਦੀ ਤਨਖਾਹਾਂ ਹੀ ਵਧਣੀ ਚਾਹੀਦੀਆਂ ਆ। ਸੋ ਇਹ ਗੱਲ ਨੂੰ ਖਿਆਲ ਰੱਖਿਓ। ਹਾਂਜੀ, ਕਾਸ਼ੀ ਟੀਵੀ ਤੇ ਜੀ ਆਇਆਂ ਨੂੰ ਵੀਰ ਜੀ। ਹਾਂਜੀ ਭਾਜੀ, ਜੈ ਗੁਰੂਦੇਵ ਜੀ। ਜੈ ਗੁਰਦੇਵ। ਹਾਂਜੀ, ਉਹ ਰਾਜੀ ਬਾਜੀ, ਮੈਂ ਭਾਜੀ ਲੰਡਨ ਤੋਂ। ਮਿਹਰਬਾਨੀ ਤੁਹਾਡੀ ਭਾਈ ਸਾਹਿਬ। ਹਾਂਜੀ, ਤੁਹਾਡਾ ਪ੍ਰੋਗਰਾਮ ਬੜਾ ਵਧੀਆ ਵਾ, ਸਾਨੂੰ ਇਸ ਪ੍ਰੋਗਰਾਮ ਦੀ ਜ਼ਰੂਰਤ ਆ, ਕਿਉਂਕਿ ਹਰ ਚੀਜ਼ ਹੀ ਮਹਿੰਗੀ ਹੋਈ ਜਾਂਦੀ ਆ ਤੇ ਇਸ ਟਾਈਮ ਤਾਂ ਘਰ ਚਲਾਉਣਾ ਹੀ ਮੁਸ਼ਕਲ ਹੋਇਆ ਪਿਆ ਵਾ। ਤੇ ਪਤਾ ਨਹੀਂ ਗੱਲ ਕਿੱਧਰ ਨੂੰ ਜਾਂਦੀ ਆ, ਕਿੱਧਰ ਨੂੰ ਨਹੀਂ ਜਾਂਦੀ ਆ, ਗੌਰਮੈਂਟਾਂ ਕੀ ਕਰਦੀਆਂ, ਬੜਾ ਔਖਾ ਕੰਮ ਆ। ਅੱਗੇ ਜਿਹੜੀ ਸ਼ੋਪਿੰਗ ਤੁਹਾਡੀ 15 ਪਾਉਂਡਾਂ ਦੀ ਹੁੰਦੀ ਸੀ, ਅੱਜ 28-30 ਪਾਉਂਡਾਂ ਦੀ ਜਾ ਕੇ ਹੁੰਦੀ ਭਾਜੀ। ਬਿਲਕੁਲ ਤੁਹਾਡੀ ਗੱਲ ਸਹੀ ਆ। ਹਾਂਜੀ ਹਾਂਜੀ, ਡਬਲ ਹੋ ਗਈ ਹੈ। ਹਾਂ, ਡਬਲ ਹੋ ਗਈ ਹੈ ਲਗਭਗ। ਹਾਂਜੀ ਹਾਂਜੀ, ਪਰ ਇੱਕ ਹੋਰ ਸਰ ਤੁਹਾਡੇ ਕੋਲ ਮੇਰੀ ਰਿਕੁਐਸਟ ਆ। ਹਾਂਜੀ, ਇਸ ਗੱਲ ਤੇ ਵੀ ਪ੍ਰੋਗਰਾਮ ਲਿਆਉਣਾ ਵਾ ਕਿ ਜਿਹੜੇ ਬੰਦੇ ਸਾਡੇ ਪੜ੍ਹਨ ਵਾਸਤੇ ਸਟੂਡੈਂਟ ਆਉਂਦੇ ਪਏ ਆ, ਹਾਂਜੀ, ਤੇ ਅੱਗੇ ਤਾਂ ਇਹਨਾਂ ਨੇ ਕੀਤਾ ਸੀ ਵੀ ਤੁਸੀਂ ਆਪਣੀ ਕੈਟਾਗਰੀ ਚੇਂਜ ਕਰਕੇ ਤੇ ਕੰਮ ਕਰ ਸਕਦੇ ਆ, ਹਾਂਜੀ, ਤੇ ਉਹ ਤਾਂ ਇਹਨਾਂ ਨੇ ਕੀਤਾ ਇਦਾਂ, ਕਈ ਕੰਮ ਲੱਗ ਕੇ ਤੇ ਪੜ੍ਹਨ ਨਹੀਂ ਗਏ, ਤੇ ਹੁਣ ਗੌਰਮੈਂਟ ਗਾਂ ਕੈਟਾਗਰੀ ਚੇਂਜ ਕਰ ਰਹੀ ਆ ਵੀ ਜਿੰਨੀ ਦੇਰ ਤੁਹਾਡੀ ਪੜ੍ਹਾਈ ਨਹੀਂ ਪੂਰੀ ਹੁੰਦੀ, ਤੁਸੀਂ ਜਿਸ ਕੈਟਾਗਰੀ 'ਚ ਆਏ ਆ ਤੇ ਉਹ ਕੈਟਾਗਰੀ ਨੂੰ ਪੂਰੀ ਕਰੋ, ਪਰ ਆਪਣੇ ਮਾਂ-ਬਾਪ ਨੂੰ ਵੀ ਨਾਲ ਲਿਆ ਸਕਦੇ ਆ, ਹਾਂਜੀ। ਪਰ ਨਵੀਂ ਗੱਲ ਇਹ ਸੁਣਨ 'ਚ ਆਈ ਆ ਕਿ ਕਈ ਬੰਦੇ ਲੋਕਾਂ ਨੂੰ ਫਸਾਉਂਦੇ ਪਏ ਆ ਕਿ ਸਾਨੂੰ 20-20 ਲੱਖ ਰੁਪਇਆ ਦਿਓ ਤੇ ਅਸੀਂ ਤੁਹਾਨੂੰ ਪੱਕਾ ਪਰਮਿਟ ਲੈ ਕੇ ਦੇਵਾਂਗੇ, ਪੱਕੇ ਕਰਾਵਾਂਗੇ ਤੇ ਨਾਲ ਵਰਕ ਪਰਮਿਟ ਦਵਾਵਾਂਗੇ, ਤੇ ਜਿਹੜਾ 20 ਲੱਖ ਰੁਪਇਆ ਮੰਗਦੇ ਪਏ ਆ। ਤੇ ਮੈਂ ਤੁਹਾਨੂੰ ਕਹਿੰਦਾ ਕਿ ਇਸ ਪੁਆਇੰਟ ਦੇ ਉੱਤੇ ਪ੍ਰੋਗਰਾਮ ਦਿਓ ਤਾਂ ਕਿ ਸਾਡੇ ਭੋਲੇ ਭਾਲੇ ਲੋਕੀ ਜਿਹੜੇ ਏਜੰਟਾਂ ਦੀ ਚਾਲ 'ਚ ਨਾ ਫਸਣ, ਕਿਉਂਕਿ ਇੱਥੇ ਕੋਈ ਇਦਾਂ ਦਾ ਕਾਨੂੰਨ ਨਹੀਂ ਹੈਗਾ ਤੇ ਵੀ ਕੋਈ ਪੈਸੇ ਲੈ ਕੇ ਕਿਸੇ ਨੂੰ ਪੱਕਾ ਕਰਦਾ ਹੋਵੇ, ਕਿਉਂਕਿ ਇਹ ਬਹੁਤ ਵੱਡੀ ਗੱਲ ਆ ਭਾਜੀ। 20 ਲੱਖ ਰੁਪਏ ਪਹਿਲਾਂ ਤਾਂ ਉਹਨਾਂ ਪੜ੍ਹਾਈ ਤੇ ਲਾਉਣੇ, 20 ਲੱਖ ਰੁਪਏ ਉਹ ਤਾਂ ਬੰਦਾ ਪੂਰੇ ਕਦੋਂ ਹੋਣੇ ਜੀ, ਉੱਦਾਂ ਮਰ ਜਾਊ। ਬਿਲਕੁਲ ਲਾਈਨ ਸਕਦਾ ਜੀ ਉਹ ਗੱਲ। ਹਾਂਜੀ, ਤੇ ਇਸ ਗੱਲ ਦੇ ਉੱਤੇ ਪ੍ਰੋਗਰਾਮ ਚੀਚਾ ਦਿਓ ਤਾਂ ਕਿ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਭਾਜੀ। ਮੈਂ ਤਾਂ ਕਰਕੇ ਬੇਨਤੀ ਕੀਤੀ ਆ। ਤੁਹਾਡਾ ਸ਼ੁਭ ਨਾਮ ਵੀਰ ਜੀ, ਤੁਹਾਡਾ ਕਿੱਥੋਂ ਬੋਲਦੇ ਪਏ ਹੋ? ਮੈਂ ਭਰਾ ਦਵਿੰਦਰ ਲੰਡਨ ਤੋਂ ਬੋਲਦਾ ਪਿਆ ਜੀ। ਹਾਂਜੀ, ਦਵਿੰਦਰ ਲੰਡਨ ਤੋਂ ਜੀ। ਅੱਛਾ, ਮਿਹਰਬਾਨੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਆਉਣ ਦਾ, ਤੁਹਾਡੇ ਸਟੇਸ਼ਨ ਦਾ ਬਹੁਤ ਬਹੁਤ ਥੈਂਕ ਯੂ। ਤੇ ਅਸੀਂ ਪ੍ਰੋਗਰਾਮ ਨਾ ਇਹ ਜ਼ਰੂਰ ਜਲਦੀ ਮੈਂ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ ਕਿ ਇਹ ਪ੍ਰੋਗਰਾਮ ਕੀਤਾ ਜਾਵੇ। ਬਹੁਤ ਹੀ ਜ਼ਿਆਦਾ ਮੁਸ਼ਕਲਾਂ ਜਿਹੜੇ ਸਾਡੇ ਬੱਚੇ ਇੰਡੀਆ ਤੋਂ ਆਏ ਹੋਏ ਨੇ, ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ। ਤੇ ਇੱਕ ਏਜੰਟ ਲੋਕ, ਮੈਂ ਕੱਲ ਆਪਣਾ ਅੱਜ ਕੀਤਾ ਆਪਣੇ ਦੋਸਤ ਨੂੰ ਟੈਲੀਫੋਨ, ਉਹ ਕਹਿੰਦਾ ਭਾਜੀ ਇੱਥੇ ਤਾਂ ਨਵੀਂ ਗੱਲ ਹੋਈ ਆ। ਮੈਂ ਕਿਹਾ ਕੀ? ਕਹਿੰਦਾ ਜੀ ਏਜੰਟ ਲੋਕ ਇੰਗਲੈਂਡ 'ਚ ਕਹਿੰਦੇ ਆ ਵੀ 20-20 ਲੱਖ ਰੁਪਇਆ ਦਿਓ ਤੇ ਤੁਹਾਨੂੰ ਪੱਕੇ ਕਰਾਉਣੇ ਤੇ 5 ਸਾਲ ਦਾ ਵਰਕ ਪਰਮਿਟ ਲੈ ਕੇ ਦਿੰਦੇ ਆ। ਏਦਾਂ ਹੋਣ ਲੱਗੀ ਤੇ ਦੱਸੋ, ਅਗਰ ਕੋਈ ਏਦਾਂ ਕਰਦਾ ਸਿੱਧਾ ਫਰਾਡ ਵਾਲਿਆਂ ਨੂੰ ਕੇਸ ਦਿਓ ਇਹ, ਹਾਂਜੀ, ਤਾਂ ਕਿ ਫਰਾਡ ਦੀ ਨਿਗਾਹ ਦੇ ਵਿੱਚ ਇਹ ਗੱਲ ਆਵੇ ਤਾਂ ਅਸੀਂ ਇਹ ਕੰਮ ਹੋਣ ਹੀ ਨਾ ਦਈਏ। ਜੇ ਮੈਂ ਤਾਂ ਹੈਰਾਨ ਆ ਵੀ ਉਹ ਵਿਚਾਰਾ 20 ਲੱਖ ਦਊ ਕਿੱਦਾਂ ਨਾ ਜੀ, ਖਬਰਾਂ ਇੰਨੇ ਪੈਸੇ ਲਾ ਕੇ ਪਹਿਲਾਂ ਤਾਂ ਪੜ੍ਹਨ ਲੱਗਾ, ਹਾਂਜੀ, 20,000 ਤੇ ਬਾਕੀ 20 ਲੱਖ ਕਿੱਥੋਂ ਕੱਢੂ ਅਗਲਾ ਜੀ? ਤੁਹਾਨੂੰ ਦੱਸਦੀ ਅਸਲ ਤੇ ਫਰਾਡੀ ਬੰਦੇ ਨੇ ਤਾਂ ਭਾਜੀ ਲੈ ਕੇ ਤਿੱਤਰ ਹੋ ਜਾਣਾ, ਉਹ ਤਾਂ ਕਬੂਤਰ ਲੱਭਣਾ ਹੀ ਨਹੀਂ ਕਿੱਥੇ ਗਿਆ। ਬਿਲਕੁਲ। ਸੋ ਇਸ ਗੱਲ ਤੇ ਪ੍ਰੋਗਰਾਮ ਦਿਓ, ਬੜਾ ਵਧੀਆ ਇਹ ਵਿਸ਼ਾ ਦਿੱਤਾ ਤੁਹਾਨੂੰ। ਥੈਂਕ ਯੂ ਵੀਰ ਜੀ, ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਤੁਹਾਨੂੰ ਫਿਰ ਅਸੀਂ ਫਿਰ ਜ਼ਰੂਰ ਅੱਗੇ ਹਿੱਸਾ ਲਿਆ ਕਰੋ। ਦਵਿੰਦਰ ਜੀ, ਮਿਹਰਬਾਨੀ। ਦੋਸਤੋ, ਅਸਲ ਦੇ ਵਿੱਚ ਇਸ਼ੂ ਜਿਹੜਾ ਸਿਸਟਮ ਹੈ ਨਾ, ਜਿਹੜਾ ਸਿਸਟਮ ਹੈ ਉਹ ਇੰਨਾ ਕਰਪਟ ਹੋ ਚੁੱਕਿਆ, ਉਹ ਤੁਹਾਡੇ ਲਈ ਨਹੀਂ ਬਣਿਆ ਹੋਇਆ, ਉਹ ਤੁਹਾਨੂੰ ਲੁੱਟਣ ਲਈ ਬਣਿਆ ਹੋਇਆ। ਹਾਂਜੀ, ਕਾਸ਼ੀ ਟੀਵੀ ਤੇ ਜੀ ਆਇਆਂ ਨੂੰ ਜੀ। ਹਾਂਜੀ, ਕਿੱਥੋਂ ਬੋਲਦੇ ਹੋ ਜੀ? ਹਾਂ, ਕਾਲ ਡ੍ਰੌਪ ਹੋ ਗਈ ਜੀ। ਅਸਲ ਦੇ ਵਿੱਚ ਕੀ ਹੈ, ਜਿਹੜੀ ਬੱਚਿਆਂ ਦੀ ਗੱਲ ਕੀਤੀ ਹੈ, ਇੱਕ ਐਡਾ ਵੱਡਾ ਇਸ਼ੂ ਬਣਿਆ ਸਾਡੇ ਲਈ, ਸਾਡੀ ਸੁਸਾਇਟੀ ਨੂੰ ਇਸ ਨੂੰ ਅਸੀਂ ਹੱਥ ਨਹੀਂ ਲਿਆ। ਜਿਹੜੇ ਨੌਜਵਾਨ ਬੱਚੇ ਸਾਡੇ ਇੰਡੀਆ ਤੋਂ ਆ ਰਹੇ ਨੇ, ਕਿਹੜੇ ਪਾਸੇ ਲਾਉਣਾ, ਕੀ ਉਹਨਾਂ ਦੀ ਜ਼ਿੰਦਗੀ ਇੱਥੇ ਕੀ ਆ, ਕਿਸ ਤਰ੍ਹਾਂ ਇਹਨਾਂ ਦਾ ਪੈਸਾ ਲਾ ਕੇ ਆ ਰਹੇ ਕਿ ਅਸੀਂ ਇੰਡੀਆ ਦੇ ਵਿੱਚ ਕੁਝ ਕਰ ਨਹੀਂ ਸਕਦੇ, ਅਸੀਂ ਪੰਜਾਬ ਦੇ ਵਿੱਚ ਖਾਸ ਕਰਕੇ ਜਾਂ ਜਿੱਥੋਂ ਵੀ ਲੋਕ ਬੱਚੇ ਆਉਂਦੇ ਆ ਉੱਥੇ ਕੁਝ ਕਰ ਨਹੀਂ ਸਕਦੇ। ਇਹ ਸਾਡੀ ਜਿਹੜਾ ਅੱਜ ਦਾ ਸਮਾਜ ਹੈ, ਸਾਡੇ ਜਿਹੜੇ ਜ਼ਿੰਮੇਵਾਰ ਸੁਸਾਇਟੀ ਦੇ
ਜਿਹੜੇ ਮੋਹਤਵਰ ਲੋਕ ਨੇ, ਉਹ ਚਾਹੇ ਧਾਰਮਿਕ ਨੇ ਚਾਹੇ ਰਾਜਨੀਤਿਕ ਨੇ, ਉਹਨਾਂ ਨੂੰ ਇੰਡੀਆ 'ਚ ਇੱਥੇ ਇਹ ਗੱਲ ਹੱਥ ਜੇ ਨਾ ਲਈ ਤੇ ਸਾਡੀ ਜਵਾਨੀ ਰੁਲ ਜਾਣੀ ਆ, ਕਿਸੇ ਪਾਸੇ ਜੋਗੀ ਨਹੀਂ ਰਹਿਣੀ। ਜਿੱਦਾਂ ਦੱਸਿਆ ਕਿ 20-20 ਲੱਖ ਦੇ ਕੇ ਫਿਰ ਵੀ ਉਹ ਅੱਜ ਰੁਲਦੇ ਨੇ। ਚਲੋ ਖੈਰ, ਅਸੀਂ ਮੁੜ ਕੇ ਆਪਣੀ ਉਹ ਗੱਲ ਪਿੱਛੇ ਆਉਂਦੇ ਆ। ਹੈਗੀਆਂ ਸਾਰੀਆਂ ਸੰਬੰਧਿਤ ਨੇ, ਇਹ ਆਪਸ ਵਿੱਚ ਜੁੜੀਆਂ ਹੋਈਆਂ। ਉਹ ਜੁੜੀਆਂ ਇਸ ਤਰ੍ਹਾਂ ਹੋਈਆਂ ਕਿ ਸਾਰਾ ਇੱਕ ਜਿਹੜਾ ਤੁਹਾਡੇ ਆਲੇ ਦੁਆਲੇ ਜਿਹੜਾ ਸਿਸਟਮ ਬਣਾ ਦਿੱਤਾ ਗਿਆ, ਉਹ ਸਾਰਾ ਲੋਟੂ ਸਿਸਟਮ ਹੈ। ਉਹ ਕੀ ਬੈਂਕ ਤੇ ਕੀ ਸਟੇਟ ਏਜੰਟ ਤੇ ਕੀ ਟਰੈਵਲ ਏਜੰਟ ਤੇ ਜਾਂ ਹੋਰ ਜਿੰਨਾ ਵੀ ਹੈਗਾ, ਉਹ ਸਾਰਾ ਕੁਝ ਤੁਹਾਡੇ ਪੈਸੇ ਵੱਲ, ਤੁਹਾਡੇ ਵੱਲ ਦੇਖਦਾ ਵੀ ਤੁਹਾਡੇ ਪੈਸੇ ਕਿੱਦਾਂ ਨਾ ਕੋਈ ਕਢਾਈਏ, ਪ੍ਰੋਫਿਟ ਕਰੀਏ। ਹਾਂਜੀ ਦੋਸਤੋ, ਹਾਂਜੀ ਵੀਰ ਜੀ, जी आया नो काशी टीवी ते। हेलो, मैं खुशीराम बोल रहा हूँ वैनकूवर से। वाह जी वाह, भगवंत जी मेहरबानी, आपको वेलकम है। मैं आपको जब भी सुना है, आप हमेशा ही जनता की बात करते हैं, जनता की भले की बात करते हैं, और जनता को उनको ना उनकी जो मेंटल उसकी जो सोच है उस पर भी, और जो उनकी इकोनॉमिक पोजीशन है उसको ठीक करने के लिए आप हमेशा अच्छी अच्छी सलाह देते हैं। मैं आपका बहुत ही धन्यवादी हूँ। आज जो आपने इशू रेज किया है, वैसे जनरली साफ तौर पर अगर कहा जाए तो ये सरमाएदारी और गैर सरमाएदारी, या जिसे हम कहते हैं कोऑपरेटिव सिस्टम, इसकी बात है। मैं कोऑपरेटिव सिस्टम का बहुत ही मैं शायक हूं। मैं समझता हूं कि अल्टीमेट सोल्यूशन हमारा इसी में है। हाँ जी। और आप देखिए, कोई भी गैर जानदार चीज बच्चे पैदा नहीं करती, सिर्फ जानदार चीज है वही आगे बच्चे पैदा करती है। सिर्फ एक है कि गैर जानदार चीज जो बच्चे पैदा करती है, और वो है मनी। पैसा ही पैसे पैदा करता है। ये बहुत अजीब बात है। जिसके पास पैसा है वो बगैर कुछ किए, हाथ हिलाए, बगैर कोई काम किए अपनी जिंदगी को बड़ी अच्छी तरह से ऐश के साथ व्यतीत कर सकता है। ये चीज हमें स्टॉप करनी चाहिए। जो आदमी काम करता है वही खाए, किसी को एक्सप्लॉइट करके किसी को उसकी ये इजाजत नहीं होनी चाहिए। और जो आपने बात करी है, शुरू जो आपने किया था अकोमोडेशन, मेरे ख्याल में खास करके हम जो हिंदुस्तानी लोग हैं, ये अपने घर को एक तरह से अपना महल समझते हैं। उस घर अपना बनाना बहुत ही जरूरी समझते हैं, चाहे कुल्ली ही क्यों ना हो। तो ये चीज बहुत ज्यादा इंपॉर्टेंट है। मेरे ख्याल में कोई भी गवर्नमेंट को जिंदा रहने की इजाजत नहीं होनी चाहिए जब वो हर एक आदमी को घर नहीं दे सकती। खाना चाहे बाद में दे, लेकिन सबसे पहले घर होना चाहिए। खाने का बंदोबस्त आदमी खुद कर सकता है और डेली वेजेस कर सकता है, लेकिन घर लेना है बहुत मुश्किल। मेरा ये जाती तजुर्बा है। मैं भी इंडिया से आया हूँ। मेरी उम्र जब मैं आया था तो 65 से ज्यादा थी। अच्छा। लेकिन 2-4-5 साल जब मैंने किराया दिया, मैंने कहा अरे भैया, जो हम उनको किराया देते हैं अगर यही किस्त बन जाए तो क्या बात है। और उन दिनों इंटरेस्ट भी मॉडरेट था उस वक्त, आई मीन मॉर्गेज का। तो हमने घर ले लिया। आप अंदाजा लगाएं कि जो घर उस वक्त में लिया था, 1992 की बात है, जो घर उस वक्त हम 1.5 लाख में लेते थे, आज वो 1 मिलियन का घर है। इतनी ज्यादा प्राइस बढ़ गई है। नॉर्मल जो चीजें हैं उसकी बनिस्बत घर की कीमतें बहुत ज्यादा बढ़ गई हैं, जिसकी कि सबसे ज्यादा जरूरत है। इसलिए जो घरों वाले हैं वो लोगों को बहुत ज्यादा एक्सप्लॉइट कर रहे हैं। ये, और मेरा ये ख्याल है, जैसे आपने अभी ये बात करी है टैक्स की, इनकम पर टैक्स लगना चाहिए, लेकिन जो अनअर्न्ड इनकम है उस पर टैक्स ज्यादा लगना चाहिए। हाँ। लोगों को ये मजबूर करना चाहिए कि अपनी अनअर्न्ड इनकम को अलग से शो करो। जो अर्न्ड इनकम है, जो आप अपना काम करके, काम चाहे किसी का हो, दिमाग का हो या हाथ का हो, उसके अलावा जो आपकी अनअर्न्ड इनकम है, आइदर बाय वे ऑफ इंटरेस्ट और बाय वे ऑफ रेंट, वो अलग से शो करो। और उसका कम से कम 150 यानी 100 में से $50 जो है वो गवर्नमेंट को जाना चाहिए। मैं ये सोचता हूं कि जो गवर्नमेंट घर नहीं दे सकती, एजुकेशन नहीं दे सकती, तालीम नहीं दे सकती, उसको गवर्नमेंट किसी काम की नहीं है, हमें उसको रिप्लेस करना चाहिए। और मुश्किल ये है
कि जो सरमाएदार लोग हैं वो आम लोगों से ज्यादा चतुर हैं और उनको पता है कि इन लोगों को दिमागी तौर पर या फिजिकल तौर पर कैसे काबू रखना है और इसको दिमाग इस्तेमाल करने की इजाजत ही नहीं देनी है। यही ट्रेजेडी ऑफ ह्यूमन बीइंग है। और मैं आपसे मैं हमेशा आपको आपका जो लेक्चर होते हैं मैं बड़े ध्यान से सुनता हूँ। भगवान जी परमात्मा आपकी उम्र ज्यादा करे। थैंक यू। मेहरबानी, शुक्रिया, शुक्रिया। मेहरबानी खुशीराम जी। इतनी ज़्यादा नहीं उम्र लंबी करनी है, महंगाई का ज़माना है, मुश्किल हो जाएगी। एक्चुअली हाँ जी, ਇਹ ਜਿਹੜੀ ਦੇਖੋ ਇਹ ਜਿਹੜੀ ਖੁਸ਼ੀਰਾਮ ਜੀ ਨੇ ਜਿਹੜੀ ਗੱਲ ਕੀਤੀ ਹੈ ਇਹ ਬੜੀ ਗੂੜੀ ਗੱਲ ਹੈ ਕਿ ਮੈਂ ਇੱਕ ਥੋੜ੍ਹਾ ਜਿਹਾ ਸਮਝਾਉਣਾ ਚਾਹੁੰਦਾ ਕਿ ਸਪੋਜ਼ ਕਰੋ ਕਿ ਇਹ ਇੱਕ ਗੋਲਕ ਹੈ। ਇਹ ਜਿਹੜਾ ਕੱਪ ਹੈ ਜਿਹ 'ਚ ਆਪਾਂ ਚਾਹ ਪੀ ਰਹੇ ਸੀਗੇ, ਇਹ ਗੋਲਕ ਹੈ। ਹਾਂਜੀ, ਇਹਦੇ ਤੁਸੀਂ ਵੀ ਪੈਸੇ ਪਾਉਂਦੇ ਹੋ, ਹਾਂਜੀ, ਟੈਕਸ ਦਿੰਦੇ ਹੋ ਨਾ, ਹਾਂਜੀ, ਮੈਂ ਵੀ ਪੈਸੇ ਪਾਉਣਾ ਹੈਗਾ। ਜਿੰਨੇ ਸਾਡੇ ਮਤਲਬ ਦਰਸ਼ਕ ਨੇ ਇਸ ਵੇਲੇ ਸਾਰੇ ਦੇ ਸਾਰੇ ਇਹ 'ਚ ਪੈਸੇ ਪਾਉਂਦੇ ਨੇ, ਠੀਕ ਹੈ। ਅੱਛਾ, ਹਰ ਸਾਲ ਦੇ ਵਿੱਚ ਜਦੋਂ ਇਹ ਪੈਸੇ ਪੂਰੇ ਹੋ ਜਾਂਦੇ ਨੇ, ਜਿਹੜੀ ਸਾਡੀ ਸਰਕਾਰ ਹੈ ਉਹਦਾ ਕੰਮ ਹੈ ਕਿ ਇਹ ਪੈਸੇ ਕਿਸ ਤਰ੍ਹਾਂ ਇਹਦਾ ਇਸਤੇਮਾਲ ਕਰਨੇ ਹੈਗੇ ਆ, ਠੀਕ ਹੈ। ਇਹਨਾਂ ਦੇ ਕਈ ਇਸਤੇਮਾਲ ਹੋ ਸਕਦੇ ਨੇ। ਤੁਸੀਂ ਟਰਾਂਸਪੋਰਟ ਚੀਪ ਕਰ ਸਕਦੇ ਹੋ, ਟਰਾਂਸਪੋਰਟ ਫ੍ਰੀ ਕਰ ਸਕਦੇ ਹੋ। ਤੁਸੀਂ ਜਿਹੜੀਆਂ ਦਵਾਈਆਂ ਨੇ ਉਹਨਾਂ ਦੀ ਕੀਮਤ ਘੱਟ ਸਕਦੇ ਹੋ, ਜਾਂ ਕੀਮਤ ਬਿਲਕੁਲ ਘੱਟ ਕਰ ਸਕਦੇ, NHS ਪੈਸੇ ਪਾ ਸਕਦੇ ਹੋ। ਜਾਂ ਤੁਸੀਂ ਜਾ ਕੇ ਪਰਾਏ ਮੁਲਕਾਂ ਦੇ ਵਿੱਚ ਲੜਾਈ ਕਰਾ ਸਕਦੇ ਹੋ। ਜਾਂ ਤੁਸੀਂ ਜਿਹੜਾ ਅਮੀਰ ਬੰਦਾ ਉਹਦੇ ਟੈਕਸ ਤੁਸੀਂ ਹੋਰ ਲੋਅਰ ਕਰ ਸਕਦੇ ਹੈਗੇ ਹੋ। ਇਹ ਜਿਹੜੀ ਟੋਕਰੀ ਹੈ ਨਾ ਜਿਹੜੀ ਇਹਦੇ ਵਿੱਚ ਸਾਰਿਆਂ ਨੇ ਪਾਇਆ, ਲੇਕਿਨ ਜਿਹੜਾ ਖਰਚਾ ਕਿਵੇਂ ਕਰਨਾ ਹੈਗਾ ਇਹ ਇੱਕ ਪੋਲੀਟੀਕਲ ਡਿਸੀਜਨ ਹੈ, ਇਹ ਸਰਕਾਰ ਕਰਦੀ ਹੈਗੀ ਹੈ। ਸੋ ਮੇਰੀ ਇਹ ਗੁਜ਼ਾਰਿਸ਼ ਹੈ ਕਿ ਅਸੀਂ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ, ਸਾਡੇ ਜਿਨ੍ਹਾਂ 'ਤੇ ਅਸੀਂ ਪ੍ਰੈਸ਼ਰ ਪਾ ਸਕਦੇ ਹਾਂ ਜਦੋਂ ਅਸੀਂ ਵੋਟਾਂ ਦਿੰਦੇ ਹਾਂ, ਇਹ ਸੋਚ ਕੇ ਕਹੀ ਕਿ ਇਹ ਜਿਹੜੀ ਟੋਕਰੀ ਹੈ ਜਿਹ 'ਚ ਮੈਂ ਪੈਸੇ ਪਾਏ, ਸਾਰਿਆਂ ਨੇ ਪਾਏ ਹੈਗੇ ਆ, ਇਹ ਟੋਕਰੀ ਦੇ ਪੈਸੇ ਕਿਸ ਤਰ੍ਹਾਂ ਇਸਤੇਮਾਲ ਕਰਨੇ ਹੈਗੇ। ਜਿਹੜੀ ਤੁਸੀਂ ਗੱਲ ਕੀਤੀ ਹੈ ਰਾਜਪਾਲ ਜੀ, ਸ਼ਾਇਦ ਤੁਹਾਨੂੰ ਪਤਾ ਹੋਊਗਾ ਇੱਥੇ ਸਬਮਰੀਨਸ ਪਿਛਲੇ ਕੁਝ ਸਾਲ ਪਹਿਲਾਂ ਇਹਨਾਂ ਕੋਲ ਜਦੋਂ NHS ਦੇ ਵਿੱਚ ਇਹਨਾਂ ਕੋਲ MRI ਮਸ਼ੀਨਾਂ ਦੀ ਬਹੁਤ ਘਾਟ ਸੀ। ਹਾਂ। ਇਹਨਾਂ ਨੇ MRI ਮਸ਼ੀਨਾਂ ਨਹੀਂ ਖਰੀਦੀਆਂ, ਇਹਨਾਂ ਨੇ ਸਬਮਰੀਨ ਦੇ ਉੱਤੇ 16 ਬਿਲੀਅਨ ਪਾਉਂਡ ਲਾਤਾ ਸੀ। ਸਬਮਰੀਨ ਕੀ ਕਰਦੀਆਂ ਆ, ਉਹ ਰੌਕਟ ਛੱਡਦੀਆਂ ਅੰਦਰੋਂ ਅੰਦਰੀ ਤੇ ਜਾ ਕੇ ਕਿਸੇ ਮੁਲਕ ਦੇ ਉੱਤੇ ਡਿੱਗਦੀਆਂ, ਉੱਥੇ ਲੋਕ ਮਰਦੇ ਨੇ। ਇਹਨਾਂ ਕੋਲ ਲੋਕਾਂ ਨੂੰ ਮਾਰਨ ਲਈ ਪੈਸੇ ਸਰਕਾਰਾਂ ਕੋਲ ਹੁੰਦੇ ਨੇ, ਪਰ ਬਚਾਉਣ ਲਈ ਨਹੀਂ ਹੁੰਦੇ। ਸੋ ਦੋਸਤੋ, ਇਹ ਆ ਸਾਰਾ ਕੁਝ ਵੀ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਹੈਗੇ ਸਾਰੀਆਂ ਗੌਰਮੈਂਟ ਇਸ ਤਰ੍ਹਾਂ ਕਰਦੀਆਂ ਆ। ਜਦੋਂ ਸਾਰਾ ਹਿਸਾਬ ਕੱਢਦੇ ਹੋ, ਬ੍ਰਿਟਿਸ਼ ਗੌਰਮੈਂਟ, ਇੱਥੇ ਦੀ ਇੰਗਲੈਂਡ ਦੀ ਗੌਰਮੈਂਟ ਆ, ਕਾਫੀ ਦੂਜਿਆਂ ਨਾਲੋਂ ਚੰਗਾ ਕਰ ਰਹੀ ਆ, ਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ। ਪਰ ਜਦ ਤੁਸੀਂ ਸੁੱਤੇ ਪਏ ਹੋ, ਇਹਨਾਂ ਨੇ ਕਿਸੇ ਨੇ ਕੁਛ ਨਹੀਂ ਚੰਗਾ ਕਰਨਾ। ਕਿ ਤੁਸੀਂ ਉੱਠਦੇ ਹੋ ਜਾਂ ਗੱਲਾਂ ਕਰਦੇ ਹੋ, ਉਦੋਂ ਤੁਹਾਡੇ ਲਈ ਇਹ ਕੁਛ ਕਰਦੇ ਨੇ। ਇਹੀ ਪੈਸੇ ਜਿਹੜੇ ਹੈਗੇ ਤੁਹਾਡਾ, ਜਿੱਦਾਂ ਇਹਨਾਂ ਦੱਸਿਆ ਕਿ ਤੁਸੀਂ ਸਾਰੇ ਸਾਂਝੇ, ਆਪਾਂ ਸਾਰੇ ਪੈਸੇ ਕੁਝ ਪਾਉਂਦੇ ਆ, ਇਨਕਮ ਟੈਕਸ ਕਟਾਉਂਦੇ ਆ, ਪਰ ਉਹ ਜਾ ਕੇ ਲੱਗਦਾ ਕਿਹਨਾਂ ਕੋਲ ਆ, ਕਿਹਨਾਂ ਕੰਮਾਂ 'ਤੇ ਲੱਗਦਾ, ਉਹ ਇਹਨਾਂ ਦੀ ਮਰਜ਼ੀ ਦੇ ਉੱਤੇ ਆ, ਤੁਹਾਡੀ ਮਰਜ਼ੀ 'ਤੇ ਨਹੀਂ। ਤੁਹਾਨੂੰ ਮਜਬੂਰ ਕਰਦੇ ਨੇ ਕਿ ਤੁਸੀਂ ਪੈਸੇ ਕਟਾਓ, ਤੁਹਾਡੇ ਬਿਨਾਂ ਪੁੱਛੇ ਤੇ ਤੁਹਾਡੀ ਬੇਜਿਸ ਦੇ ਵਿੱਚੋਂ ਤੁਹਾਨੂੰ ਜੋ ਬੇਜਿਸ ਮਿਲਦੀਆਂ, ਪੈਸੇ ਕੱਟੇ ਹੁੰਦੇ ਆ, ਇੰਸ਼ੋਰੈਂਸ ਕੱਟੀ ਹੁੰਦੀ ਆ ਤੁਹਾਡਾ। ਇਹ ਇਕੱਲਾ ਨਹੀਂ, ਮਤਲਬ ਕਿ ਜਿਹੜਾ ਟੋਟਲ ਹੈ ਆਮ ਆਦਮੀ ਦੀ ਜਿਹੜੀ ਇਨਕਮ ਦਾ, ਗੱਲ ਹੋਰ ਪਾਸੇ ਸਮਝਾਉਂਦੇ ਮੈਂ ਮਾਫ ਜਾ ਚੁੱਕਾ ਵੀ ਉਹ 50% ਤੋਂ ਉੱਤੇ ਤੁਹਾਡੀ ਜਿਹੜੀ ਇਨਕਮ ਹੈ ਉਹ ਟੈਕਸਿਸ ਦੇ ਵਿੱਚ ਆਪਣੇ ਉਹ ਸਰਕਾਰਾਂ ਕੋਲ ਚਲੀ ਜਾਂਦੀ ਆ। 25% ਦਾ ਮੋਟਾ ਜਿਹਾ ਹੈਗਾ, 20 ਤੋਂ 25% ਜਾਂ 10% ਤੋਂ ਲੈ ਕੇ 25% ਤੱਕ, 40% ਤੱਕ ਤਾਂ ਸਰਕਾਰ ਲੈ ਜਾਂਦੀ ਆ। ਉਸ ਤੋਂ ਮਗਰੋਂ ਤੁਸੀਂ ਜਿਹੜੀ VAT ਤੁਹਾਡੇ ਖਾਣ ਪੀਣ ਦੀਆਂ ਚੀਜ਼ਾਂ 'ਤੇ ਲੱਗਦੀ ਆ, ਤੁਸੀਂ ਕੌਂਸਲ ਟੈਕਸ ਦਿੰਦੇ ਪਏ ਹੋ, ਪੈਟਰੋਲ ਦੇ ਉੱਤੇ, ਸ਼ਰਾਬ ਦੇ ਉੱਤੇ, ਬੀਅਰ ਦੇ, ਜੋ ਖਾਂਦੇ ਹੋ ਉਸ 'ਤੇ ਇਸ ਟਾਈਮ ਟੈਕਸ ਲੱਗੇ ਹੋਏ ਨੇ। ਸੋ ਤੁਹਾਨੂੰ ਇਹ ਜਿਹੜੀ ਜ਼ਿੰਦਗੀ ਆ ਉਸ ਨੂੰ ਹੋਰ ਪਾਸੇ ਲੈ ਕੇ ਜਾ ਰਹੇ ਨੇ। ਜਿਹੜੀ ਜ਼ਿੰਦਗੀ ਤਾਂ ਮਨੁੱਖ ਦੀ ਜ਼ਿੰਦਗੀ ਤਾਂ ਇਹ ਆ ਕਿ ਕੰਮ ਕਰੇ ਆਦਮੀ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਸਾਡਾ ਕੰਮ ਬਣਦਾ ਜਿਹੜਾ ਮਨੁੱਖ ਦਾ ਕੰਮ ਹੈ, ਜਿਹੜਾ ਆਮ ਆਦਮੀ ਦਾ ਕੰਮ ਹੈ ਜਾਂ ਸਾਰਿਆਂ ਦਾ ਕੰਮ ਹੈ, ਦਬ ਕੇ ਮਿਹਨਤ ਕਰਨੀ ਤੇ ਪੈਸੇ ਚੀਜ਼ਾਂ ਪ੍ਰੋਡਿਊਸ ਕਰਨੀਆਂ, ਨਵੀਆਂ ਚੀਜ਼ਾਂ ਪੈਦਾ ਕਰਨੀਆਂ, ਤੇ ਉਹਦੀ ਜਿਹੜੀ ਜ਼ਿੰਦਗੀ ਦੀ ਜ਼ਿੰਮੇਵਾਰ ਉਹਦੇ ਬੱਚਿਆਂ ਦੀ ਪੜ੍ਹਾਈ ਦੀ, ਉਹਦੀ ਪੈਨਸ਼ਨ ਦੀ ਜ਼ਿੰਮੇਵਾਰ ਸਰਕਾਰ ਚਾਹੀਦੀ ਹੈ। ਸਰਕਾਰ ਵੀ ਉਹ ਜਿਹੜੀ ਉਹ ਆਪ ਚੁਣਦੇ ਆ, ਨਾ ਕਿ ਇੱਕ ਜਿਸ ਤਰ੍ਹਾਂ ਆਪਾਂ ਦੇਖਦੇ ਕਿਸ ਤਰ੍ਹਾਂ ਇਸ ਟਾਈਮ ਰਿਜ਼ਾਈਨ ਚੱਲ ਰਹੇ ਆ। ਉਹਨਾਂ ਦੀ ਜਿਹੜੀ ਕਰਪਸ਼ਨ ਹੈ ਪ੍ਰਾਈਮ ਮਿਨਿਸਟਰਾਂ ਦੀ ਬਾਹਰ ਆਉਂਦੀ ਪਈ ਆ, ਉਹ ਮੈਂ ਨਾਂ ਲੈ ਕੇ ਨਹੀਂ ਦੱਸਣਾ ਚਾਹੁੰਦਾ, ਪਰ ਤੁਹਾਨੂੰ ਸਭ ਨੂੰ ਪਤਾ ਕਿ ਕੀ ਕੁਛ ਹੁੰਦਾ ਪਿਆ। ਇੰਗਲੈਂਡ ਦੇ ਵਿੱਚ ਕੀ ਹੋਇਆ, ਅਮਰੀਕਾ ਦੇ ਵਿੱਚ ਕੀ ਹੋਇਆ, ਫਰਾਂਸ ਦੇ ਵਿੱਚ ਕੀ ਹੋਇਆ, ਜੇਲ੍ਹਾਂ ਹੋਈਆਂ ਜਿਹੜੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟਸ ਹੋਏ ਨੇ। ਇਹ ਅਸੀਂ ਨਹੀਂ ਕਹਿੰਦੇ, ਇਹ ਇੱਕ ਸੱਚਾਈ ਆ। ਤੇ ਜਦ ਤੱਕ ਤੁਸੀਂ ਸੁੱਤੇ ਪਏ ਹੋ ਉਦੋਂ ਤੱਕ ਇਹ ਤੁਹਾਡੇ ਨਾਲ ਹੁੰਦਾ ਰਹਿਣਾ। ਹਾਂਜੀ, ਤੁਸੀਂ ਆਪਣਾ ਟਾਈਮ ਵੀ ਮੁੱਕਣ ਵੱਲ ਜਾਂਦਾ ਪਿਆ। ਨਹੀਂ, ਠੀਕ ਹੈ, ਬਿਲਕੁਲ। ਦੇਖੋ, ਇੱਕ
ਸਾਡੀ ਜਿਹੜੀ ਇਨਫਲੇਸ਼ਨ ਹਾਈ ਹੈ, ਜਿਹੜੇ ਇੰਟਰਸਟ ਰੇਟ ਹਾਈ ਨੇ, ਇੱਕ ਤਾਂ ਇਹਨਾਂ ਦੀ ਗੱਲ ਅਸੀਂ ਇਹਨਾਂ ਦੀ ਗੱਲ ਕੀਤੀ, ਇਸ ਨੁਕਤੇ 'ਤੇ ਅਸੀਂ ਗੱਲ ਕੀਤੀ ਹੈਗੀ। ਦੂਜੀ ਹੈ ਕਿ ਇਹ ਜਿਹੜਾ ਸਾਡੇ 'ਤੇ ਭਾਰ ਹੈ ਇਸ ਵੇਲੇ, ਇਹਨੂੰ ਘਟਾਇਆ ਜਾ ਸਕਦਾ ਹੈਗਾ। ਹਾਂ, ਇਹਨੂੰ ਬਿਲਕੁਲ ਘਟਾਇਆ ਜਾ ਸਕਦਾ ਹੈਗਾ। ਦੇਖੋ, ਜਿਸ ਤਰ੍ਹਾਂ ਪ੍ਰਾਈਸ ਰਾਈਜ਼ਸ ਨੇ ਜਿਹੜੇ ਮੇਨ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਜਿਹੜਾ ਸਭ ਤੋਂ ਵੱਡਾ ਜਿਹੜੀ ਸੱਟ ਲੱਗਦੀ ਨਾ ਆਮ ਇਨਸਾਨ ਨੂੰ, ਉਹ ਲੱਗਦੀ ਜਿਹੜੀ ਸ਼ਾਪਿੰਗ ਤੋਂ, ਜਿਹੜੀ ਘਰ ਦੀ ਸ਼ਾਪਿੰਗ ਕਰਨੀ ਹੈਗੀ ਹੈ। ਉਸ ਤੋਂ ਬਾਅਦ ਜਿਹੜੀ ਦੂਜੀ ਸੱਟ ਹੈ, ਜਿਹੜੀ ਜ਼ਿਆਦਾ ਗੂੜੀ ਸੱਟ ਹੈ, ਉਹ ਹੈਗੀ ਹੈ ਜਦੋਂ ਤੁਹਾਡੀ ਮੌਰਗੇਜ ਪੇਮੈਂਟ ਦੇਣੀ ਪੈਂਦੀ ਹੈ। ਠੀਕ ਹੈ, ਇਹਨਾਂ ਦੋਨਾਂ ਦੇ ਵਿੱਚ ਪਰਟੀਕੂਲਰਲੀ ਜਿਹੜੇ ਪ੍ਰਾਈਸ ਰਾਈਜ਼ਸ ਨੇ, ਜਿਹੜੇ ਆਮ ਸ਼ਾਪਿੰਗ ਦੇ ਜਿਹੜੇ ਆਈਟਮ ਨੇ, ਉਹਨਾਂ 'ਤੇ ਤੁਸੀਂ ਕੰਟਰੋਲ ਕਰ ਸਕਦੇ ਹੋ। ਕਾਫੀ ਯੂਰਪੀਅਨ ਮੁਲਕ ਨੇ ਜਿਨ੍ਹਾਂ ਨੇ ਕਾਨੂੰਨ ਲਿਆਏ ਨੇ ਕਿ ਤੁਸੀਂ ਜਿਹਨੂੰ ਕਹਿੰਦੇ ਨਾ ਐਸੈਂਸ਼ੀਅਲਸ, ਠੀਕ ਹੈ ਨਾ, ਕਿ ਇਹਨਾਂ ਦੇ ਪ੍ਰਾਈਸ ਤੁਸੀਂ ਇੰਨੇ ਤੱਕ ਵਧਾ ਸਕਦੇ, ਇਸ ਤੋਂ ਜ਼ਿਆਦਾ ਨਹੀਂ ਵਧਾ ਸਕਦੇ। ਇਹ ਸਾਡੀ ਸਰਕਾਰ ਕਰੇ ਜਾਂ ਨਾ ਕਰੇ। ਮੈਂ ਕਿ ਤੁਹਾਨੂੰ ਇੰਡੀਅਨ ਉਦਾਹਰਨ ਦੇਣਾ ਚਾਹੁੰਦਾ। ਮੈਂ ਮਾਫ ਕਰਨਾ ਬਈ, ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਮੇਰੇ ਦੋਸਤੋ, ਥੈਚਰ ਦੇ ਆਉਣ ਤੱਕ ਇੰਗਲੈਂਡ ਦੇ ਵਿੱਚ ਵੀ ਤੁਸੀਂ ਜਿਹੜੀ ਗੱਲ ਕਰਦੇ ਪਏ ਹੋ, ਇੱਥੇ ਕੋਈ ਵੀ ਆਪਣੀ ਜਿਹੜੀ ਪ੍ਰਾਈਸ ਆ ਵਧਾ ਨਹੀਂ ਸਕਦਾ ਸੀਗਾ। ਇੱਥੇ ਦਾ ਇੱਕ ਆਰਗੇਨਾਈਜੇਸ਼ਨ ਸੀ, ਉਹ ਨੂੰ ਪੁੱਛ ਕੇ ਉਹਦੇ ਥਰੂ ਜਾ ਕੇ ਪ੍ਰਾਈਸ ਵੱਧਦੀਆਂ ਸੀਗੀਆਂ, ਪਰ ਉਹਨਾਂ ਨੇ ਇਹ ਜਿਹੜਾ ਡੀਰੈਗੂਲੇਟ ਕਰਤਾ। ਜਿੱਦਾਂ ਤੁਸੀਂ ਗੱਲ ਕਰਦੇ ਹੋ, ਉਹ ਇੱਥੇ ਜਦੋਂ ਸੀਗਾ, ਤੁਹਾਨੂੰ ਪਤਾ ਹੀ ਆ, ਤੁਸੀਂ ਮੇਰੇ ਤੋਂ ਲਗਭਗ ਮਹੀਨਾ ਪਹਿਲਾਂ ਆਏ ਹੋ। ਹਾਂਜੀ, ਮੈਂ ਨਾ ਇੱਕ ਬੜਾ ਮਿੱਠਾ ਜਿਹਾ ਉਦਾਹਰਨ ਦੇਣਾ ਚਾਹੁੰਦਾ। ਜਿਵੇਂ ਪਿਛਲੀ ਵਾਰ ਜਦੋਂ ਮੈਂ ਕਰਨਾਟਕ ਦੀ ਇਲੈਕਸ਼ਨ ਦਾ ਜਦੋਂ ਐਨਾਲਿਸਿਸ ਕਰ ਰਹੇ ਸੀ, ਇੱਥੇ ਪ੍ਰੋਗਰਾਮ 'ਤੇ ਆਇਆ ਸੀਗਾ, ਕਿ ਉਹ 'ਚ ਇੱਕ ਨਾ ਬੜਾ ਪਿਆਰਾ ਜਿਹਾ ਐਗਜ਼ਾਮਪਲ ਹੈਗਾ ਕਿ ਸਰਕਾਰ ਕੀ ਕਰ ਸਕਦੀ ਹੈ ਇਹ ਸਾਡੇ 'ਤੇ ਭਾਰ ਘੱਟ ਕਰਨ ਲਈ। ਉਹ ਜਿਹੜੀ ਨਵੀਂ ਸਰਕਾਰ ਆਈ ਹੈ ਕਰਨਾਟਕ ਦੇ ਵਿੱਚ, ਇਹ ਪੋਲੀਟਿਕਸ ਦੀ ਗੱਲ ਨਹੀਂ ਹੈ, ਕਿ ਸਿਰਫ ਇੱਕ ਸਮਾਜਿਕ ਤੌਰ 'ਤੇ ਗੱਲ ਹੈ ਕਿ ਉਹਨਾਂ ਨੇ ਇੱਕ ਪਾਲਿਸੀ ਲਿਆਈ ਕਿ ਜਿਹੜੀਆਂ ਔਰਤਾਂ ਨੇ ਕਰਨਾਟਕ ਸਟੇਟ ਦੀਆਂ, ਜਿਹੜੀਆਂ ਔਰਤਾਂ ਨੇ ਇੰਡੀਆ ਦੇ ਵਿੱਚ, ਕਿ ਉਹਨਾਂ ਨੂੰ ਹੁਣ ਜਿਹੜੀਆਂ ਸਰਕਾਰੀ ਬੱਸਾਂ ਨੇ ਨਾ, ਜਿਹੜੀਆਂ ਰੋਡਵੇਜ਼ ਬੱਸਾਂ, ਉਹਨਾਂ 'ਤੇ ਕੋਈ ਕਿਰਾਇਆ ਨਹੀਂ ਦੇਣਾ ਚਾਹੀਦਾ। ਠੀਕ ਹੈ, ਦੇਣਾ ਪੈਣਾ ਹੈਗਾ। ਉਹਦੇ ਨਾਲ ਮੈਂ ਹਰ ਰੋਜ਼ ਪੜ੍ਹਦਾ ਖਬਰਾਂ ਕਿ ਜਿਹਨੂੰ ਆਪਾਂ ਕਹਿੰਦੇ ਨਾ ਲਿਬਰੇਸ਼ਨ, ਜਿਹਨੂੰ ਕਹਿੰਦੇ ਆਜ਼ਾਦੀ ਹੋ ਗਈ। ਠੀਕ ਹੈ, ਜਿਹੜੀਆਂ ਔਰਤਾਂ ਕਦੋਂ ਘਰੋਂ ਨਹੀਂ ਸੀ ਨਿਕਲ ਸਕਦੀਆਂ, ਜਿਹੜੀਆਂ ਔਰਤਾਂ ਕੰਮ ਨਹੀਂ ਸੀ ਕਰ ਸਕਦੀਆਂ ਹੈਗੀਆਂ, ਜਿਹੜੀਆਂ ਔਰਤਾਂ ਸਿਰਫ ਸ਼ਾਪਿੰਗ ਨਹੀਂ ਸੀ ਕਰ ਸਕਦੀਆਂ ਹੈਗੀਆਂ, ਉਹੀ ਔਰਤਾਂ ਹੁਣ ਬੜੀ ਖੁਸ਼ਹਾਲੀ ਨਾਲ ਹੱਸ ਕੇ ਖੇਡ ਕੇ ਘਰੋਂ ਨਿਕਲਦੀਆਂ ਨੇ ਕਿ ਮੈਨੂੰ ਕਿਸੇ ਦੀ ਇਜਾਜ਼ਤ ਨਹੀਂ ਚਾਹੀਦੀ ਹੈਗੀ, ਇੱਕ ਮੈਨੂੰ ਹੁਣ ਕਿਰਾਏ ਲਈ ਪੈਸੇ ਵੀ ਨਹੀਂ ਚਾਹੀਦੇ ਹੈਗੇ। ਇਹ ਇੰਡੀਅਨ ਐਗਜ਼ਾਮਪਲ ਹੈ ਕਿ ਸਰਕਾਰ ਕਰ ਸਕਦੀ ਹੈ। ਪੰਜਾਬ ਸਰਕਾਰ ਨੇ ਵੀ ਕੀਤਾ ਹੈ, ਪੰਜਾਬ ਸਰਕਾਰ ਨੇ ਵੀ ਕੀਤਾ ਹੈਗਾ। ਠੀਕ ਹੈ, ਸੋ ਜਿਹੜੀ ਸਾਡੀ ਸਰਕਾਰ ਹੈ ਇੱਥੇ ਬਰਤਾਨੀਆ ਦੇ ਵਿੱਚ, ਇਹ ਵੀ ਇਹੋ ਜਿਹੇ ਕੰਮ ਕਰ ਸਕਦੀ ਹੈ। ਜੇ ਨਹੀਂ ਕਰਦੀ, ਇਸ ਲਈ ਨਹੀਂ ਕਰਦੀ ਕਿ ਇਹਨਾਂ ਦੀ ਪਾਲਿਸੀ ਇਹ ਹੈ ਕਿ ਜਿਹੜੇ ਬੰਦੇ ਕੋਲ, ਜਿਹੜੇ ਬਿਲੀਅਨੇਅਰ ਕੋਲ 2 ਏਰੋਪਲੇਨ ਨੇ, ਜੈਟ ਹੈਗੇ ਪ੍ਰਾਈਵੇਟ ਜੈਟ, ਉਹ ਵਿਚਾਰੇ ਕੋਲ ਘੱਟੋ ਘੱਟ ਇੱਕ ਹੋਰ ਜ਼ਰੂਰ ਹੋਣਾ ਚਾਹੀਦਾ। ਦੋਸਤੋ, ਅਸੀਂ ਪ੍ਰੋਗਰਾਮ ਦਿੰਦੇ ਹੋਏ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤੁਸੀਂ ਜ਼ਰੂਰ ਆਪਣੇ ਵਿਚਾਰ ਦਿਆ ਕਰੋ। ਗੱਲ ਜਦੋਂ ਆਪਾਂ ਨੂੰ ਸਾਰਿਆਂ ਦੇ ਸਾਂਝੀ ਗੱਲ ਇਕੱਠੀ ਕਰਾਂਗੇ, ਕੋਈ ਨਾ ਕੋਈ ਰਿਜ਼ਲਟ ਨਿਕਲਦਾ। ਅੱਜ ਦੀ ਜਿਹੜੀ ਸਾਡੀ ਇਹ ਗੱਲ ਸੀ ਕਿ ਕਿਸ ਤਰ੍ਹਾਂ ਇੰਟਰਸਟ ਰੇਟ ਜਿਹੜਾ ਸਿਰਫ ਤੇ ਸਿਰਫ 1 ਸਾਲ 2 ਮਹੀਨੇ ਪਹਿਲਾਂ 0.5% ਸੀ, ਉਹ ਕਿਸ ਤਰ੍ਹਾਂ 5% ਹੋ ਗਿਆ। ਉਸ ਤੋਂ ਪਹਿਲਾਂ ਬੈਂਕ ਜਿਉਂਦੇ ਸੀ, ਵੱਸਦੇ ਸੀ, ਚੱਲਦੇ ਸੀ, ਤੇ ਅੱਜ ਉਹ 5% ਵਧਾ ਕੇ ਉਹਨਾਂ ਨੂੰ ਕੀ ਹੋਊਗਾ ਉਦੋਂ। ਇਹ ਸਾਰਾ ਕੁਛ ਹੈਗਾ। ਇਹ ਜੇ ਸਰਕਾਰਾਂ ਜਿੱਦਾਂ ਚਾਹੁੰਦੀਆਂ, ਉਹਨਾਂ ਦੀ ਹਦਾਇਤਾਂ ਤੇ ਡਾਲਰ ਨਾਲ ਇਹ ਸਾਰਾ ਕੁਝ ਵੱਜਿਆ ਇੰਟਰਸਟ ਰੇਟ ਦਾ। ਉਹ ਗੱਲ ਅਸੀਂ ਕਰਨੀ ਭੁੱਲ ਗਏ ਕਿ ਡਾਲਰ ਜਿਹੜਾ ਅਮਰੀਕਨ ਡਾਲਰ, USA ਡਾਲਰ ਹੈਗਾ, ਹੋਰ ਨਹੀਂ, ਵੀ ਕਿਸ ਤਰ੍ਹਾਂ ਜਿਹੜੀ ਵਰਲਡ ਮਾਰਕੀਟ ਹੈਗੀ ਆ, ਇਕੋਨਮੀ ਆ, ਉਹਨੂੰ ਡੋਮੀਨੇਟ ਕਰਦਾ, ਉਹਨੂੰ ਫਸਾ ਕੇ ਰੱਖਦਾ। ਜਿਹੜਾ ਇੰਟਰਸਟ ਰੇਟ ਜਿਹੜਾ ਹੁਣ ਵਧਿਆ, ਉਹਦੇ ਨਾਲ ਵੀ ਇਹਦੀ ਰਿਲੇਸ਼ਨ ਹੈ ਕਿ ਉਸ ਦੀ ਕਿਸ ਤਰ੍ਹਾਂ ਵੈਲਿਊ ਉਹਦੀ ਵਧੀ ਹੈ, ਕਿਸ ਤਰ੍ਹਾਂ ਉਹ ਇਨਕਮ ਉਹਨਾਂ ਲੋਕਾਂ ਦੇ ਉਹ ਵਧੀ ਹੈ ਜਿਹੜੇ ਡਾਲਰਾਂ ਦੇ ਵਿੱਚ ਪੈਸੇ ਲੈ ਕੇ ਬੈਠੇ ਨੇ। ਉਹ ਸਾਰਾ ਕੁਛ ਇੱਕ ਕਾਫੀ ਵੱਡਾ ਵਿਸ਼ਾ ਆ ਜਿਹੜਾ ਅਸੀਂ ਅਜੇ ਵੀ ਸਾਡੇ ਕੋਲ ਬਹੁਤ ਕੁਝ ਪਿਆ ਸੀ ਗੱਲਾਂ ਕਰਨੇ ਨੂੰ, ਉਹ ਰਹਿ ਗਿਆ। ਤੇ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਕਹੂੰਗਾ ਕਿ ਆਪਣਾ ਬੈਡ ਕ੍ਰੈਡਿਟ ਕਦੇ ਨਾ ਹੋਣ ਦਿਓ। ਹਮੇਸ਼ਾ ਖਿਆਲ ਰੱਖੋ। ਆਪਾਂ ਅੱਜ ਕੱਲ੍ਹ ਕਾਰਡ ਬਹੁਤ ਈਜ਼ੀ ਹੋ ਗਿਆ ਵਰਤਣਾ, ਉਹਦਾ ਜ਼ਰੂਰ ਖਿਆਲ ਰੱਖੋ। ਜੇ ਤੁਸੀਂ ਸਾਡੇ ਨੌਜਵਾਨ ਜਿਹੜੇ ਬੱਚੇ ਮੇਰੇ ਦੇਖਦੇ ਪਏ ਨੇ, ਇੰਡੀਆ ਤੋਂ ਵੀ ਆਏ ਨੇ ਜਾਂ ਇੱਥੇ ਦੇ ਜੰਪੜ ਨੇ, ਉਹ ਸ਼ਾਇਦ ਇਹ ਪ੍ਰੋਗਰਾਮ ਸਾਡਾ ਦੇਖਦੇ ਨਾ ਹੋਣ, ਪਰ ਇੱਕੋ ਆ ਕਿ ਜਦੋਂ ਤੁਸੀਂ ਕੋਈ ਕ੍ਰੈਡਿਟ ਯੂਜ਼ ਕਰਦੇ ਹੋ, ਕਿਤੇ ਕੋਈ ਪੈਸੇ ਉਧਾਰ ਲੈਂਦੇ ਹੋ ਬੈਂਕ ਤੋਂ, ਉਹ ਜ਼ਰੂਰ ਮੋੜੋ। ਤੁਸੀਂ ਕਈ ਵਾਰ ਘਰ ਛੱਡ ਕੇ ਚਲੇ ਜਾਂਦੇ ਹੋ, ਹੋਰ ਘਰ ਚਲੇ ਜਾਂਦੇ ਹੋ, ਉਦੋਂ ਬਹੁਤ ਪ੍ਰੋਬਲਮ ਹੁੰਦੀਆਂ ਤੇ ਤੁਹਾਨੂੰ ਚਿੱਠੀਆਂ ਉੱਥੇ ਰੋ ਦਿੰਦੀਆਂ ਤੇ ਤੁਹਾਡਾ ਬੈਡ ਕ੍ਰੈਡਿਟ ਹੋ ਜਾਂਦਾ। ਹਾਂਜੀ, ਦੇਖੋ, ਮੈਂ ਤਾਂ ਸਿਰਫ ਅਖੀਰਲੀ ਗੱਲ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਇਹ ਜਿਹੜੀਆਂ ਪਾਲਿਸੀਆਂ ਨੇ, ਜਿਹੜੀਆਂ ਸਰਕਾਰ ਦੀਆਂ ਨੇ, ਜਿਨ੍ਹਾਂ ਦੇ ਕਾਰਨ ਸਾਡੇ 'ਤੇ ਇੰਨਾ ਮਤਲਬ ਇਸ ਵੇਲੇ ਬੋਝ ਪਿਆ ਹੈਗਾ, ਇੰਨਾ ਭਾਰ ਪਿਆ ਹੈਗਾ। ਠੀਕ ਹੈ, ਇਹ ਪਾਲਿਸੀਆਂ ਸਹੀ ਪਾਲਿਸੀਆਂ ਨਹੀਂ ਹੈਗੀਆਂ।
ਇਹਨਾਂ ਕੋਲ ਵੀ ਵਧੀਆ ਪਾਲਿਸੀਆਂ ਹੋ ਸਕਦੀਆਂ ਨੇ, ਠੀਕ ਹੈ। ਇਨਫਲੇਸ਼ਨ ਜਦੋਂ ਹੋਵੇ ਨਾ, ਲੋਕ ਪੱਖੀ ਲੋਕ ਪੱਖੀ, ਕਿ ਇਹ ਜਿਹੜੀ ਬੇਸਿਕਲੀ ਆਹ ਮੋਟੀ ਗੱਲ ਹੈ, ਇਹ ਤੱਤ ਹੈ ਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਕਰਨਾਟਕ ਸਟੇਟ ਦੇ ਵਿੱਚ ਮੈਂ ਤੁਹਾਨੂੰ ਉਦਾਹਰਨ ਦਿੱਤਾ ਹੈਗਾ ਜੀ ਔਰਤਾਂ ਲਈ, ਬੱਸਾਂ ਫ੍ਰੀ ਕਰਦੀਆਂ ਲੇਡੀਜ਼ ਲਈ, ਕਿ ਜਿਹੜੀ ਲੋਕ ਪੱਖੀ ਸਰਕਾਰ ਹੈ ਉਹ ਬਹੁਤ ਕੁਝ ਕਰ ਸਕਦੀ ਹੈ। ਜਿਹੜੀ ਅਮੀਰ ਪੱਖੀ ਸਰਮਾਏ ਪੱਖੀ ਜਿਹੜੀ ਸਰਕਾਰ ਹੈ ਉਹਨੇ ਇਹ ਨਹੀਂ ਕਰਨਾ। ਸੋ ਜਦੋਂ ਅਸੀਂ ਵੋਟਾਂ ਦਿੰਦੇ ਹਾਂ, ਜਦੋਂ ਇਲੈਕਸ਼ਨਾਂ ਆਉਂਦੀਆਂ ਨੇ, ਅਸੀਂ ਸੋਚ ਸਮਝ ਕੇ ਉਹਨਾਂ ਨੂੰ ਵੋਟਾਂ ਦਈਏ ਜਿਹੜੇ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਨੇ। ਬਿਲਕੁਲ। ਪ੍ਰੋਗਰਾਮ ਖਤਮ ਹੋਣ ਜਾਂਦਾ। ਦੂਜੀ ਜਿਹੜੀ ਜ਼ਰੂਰੀ ਗੱਲ ਹੈ, ਜੇ ਤੁਸੀਂ ਕਿਸੇ ਵਿਆਜੂ ਕੋਲ ਫਸ ਗਏ ਹੋ, ਕਿਸੇ ਸ਼ਾਰਕ ਜਿਹੜੀ ਲੋਨ ਸ਼ਾਰਕ ਉਹਦੇ ਮੂੰਹ 'ਚ ਫਸੇ ਹੋਏ ਹੋ, ਜਾ ਕੇ ਆਪਣੇ ਯਾਰਾਂ ਦੋਸਤਾਂ ਨਾਲ, ਆਪਣੇ ਮਿੱਤਰਾਂ ਨਾਲ, ਆਪਣੇ ਜਿਹੜੇ ਤੁਹਾਡੇ ਨੇੜੇ ਨੇ ਉਹਨਾਂ ਨਾਲ ਗੱਲ ਕਰੋ। ਜਿਹੜੀ ਇੱਥੇ ਦੀ ਆਰਗੇਨਾਈਜੇਸ਼ਨ ਹੈਗੀ ਆ ਕੈਬ, ਜਿਹੜੀ ਹੈਗੀ ਆ ਸਿਟੀਜ਼ਨ ਐਡਵਾਈਸ ਬਿਊਰੋ, ਉਹਨਾਂ ਕੋਲ ਜਾਓ, ਬੈਂਕ ਮੈਨੇਜਰਾਂ ਨੂੰ ਮਿਲੋ, ਉਹ ਤੁਹਾਨੂੰ ਉਹ ਵੀ ਰਾਹ 'ਤੇ ਪਾਉਣਗੇ ਕਿ ਭਾਈ ਇੱਦਾਂ ਆ, ਹੁਣ ਦੱਸੋ, ਇਕੱਲੇ ਘੁੱਟਣ 'ਚ ਨਾ ਰਹੋ, ਜਾਨ ਗਵਾਉਣ ਦੀ ਲੋੜ ਨਹੀਂ ਹੈ, ਇੰਨੇ ਡਰਨ ਦੀ ਲੋੜ ਵੀ ਹੈ ਨਹੀਂ ਗੀ ਕਿ ਉਹ ਲੋਕ ਤੁਹਾਨੂੰ ਬਲੈਕਮੇਲ ਕਰਦੇ ਨੇ, ਤੁਹਾਡੇ ਵਿੰਡੋ ਤੋੜ ਦੇਣਗੇ। ਨਹੀਂ, ਤੁਸੀਂ ਖੜੋ ਹੋਵੋ, ਲੋਕਾਂ ਨਾਲ ਆਵੋ, ਉਹਨਾਂ ਦਾ ਪਰਦਾਫਾਸ਼ ਕਰੋ। ਜਿਹੜੇ ਲੋਕ ਆਪਣੇ 100 ਪਾਉਂਡ ਦੇ ਕੇ 1 ਮਹੀਨੇ ਮਗਰੋਂ ਤੁਹਾਡੇ ਕੋਲੋਂ 200 ਪਾਉਂਡ ਬਣਾਉਂਦੇ ਨੇ, ਜਿਹੜੇ ਤੁਹਾਨੂੰ 1000 ਪਾਉਂਡ ਦੇ ਕੇ ਸਾਲ ਮਗਰੋਂ 2000 ਪਾਉਂਡ, ਮਹੀਨੇ ਮਗਰੋਂ 2000 ਪਾਉਂਡ ਬਣਾਉਂਦੇ ਨੇ, ਉਹਨਾਂ ਕੋਲੋਂ ਬਚੋ ਤੇ ਉਹਨਾਂ ਨੂੰ ਲੋਕਾਂ ਦੇ ਵਿੱਚ ਨੰਗਾ ਕਰੋ ਤੇ ਲੋਕਾਂ ਨੂੰ ਪਤਾ ਲੱਗੇ ਕਿ ਕੀ ਹੈ। ਤੇ ਗੱਲਾਂ ਕਰਦੇ ਆ, ਸਾਡੇ ਕੋਲ ਬਹੁਤ ਸਾਰੀਆਂ ਗਲਤ ਗੱਲਾਂ ਹੋ ਜਾਂਦੀਆਂ, ਤੇ ਮੈਂ ਜੇ ਕਿਸੇ ਨੂੰ ਮੈਂ 2000 ਸਾਲ ਮਾਫੀ ਮੰਗਦੇ ਹਾਂ। ਜੈ ਗੁਰੂਦੇਵ।